Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਵੀਕਲੀ ਅਪਡੇਟਸ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਬਾਰੇ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ, ਹੁੰਗਾਰਾ ਦਿੰਦੇ ਹੋ ਤੇ ਮੈਨੂੰ ਕਾਲ ਕਰਕੇ ਕਈ ਬੰਦੇ ਇਹ ਵੀ ਦੱਸਦੇ ਆ ਵੀ ਕਾਫੀ ਉਹਨਾਂ ਨੂੰ ਫਾਇਦਾ ਹੋ ਰਿਹਾ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਹੁੰਦੀ ਆ ਕਿ ਜੋ ਵੀ ਲੇਟੈਸਟ ਖਬਰਾਂ ਹੋਣ ਉਹ ਤੁਹਾਡੇ ਤੱਕ ਪਹੁੰਚ ਸਕਣ। ਜੇ ਕੋਈ ਗੱਲ ਜ਼ਿਆਦਾ ਕੰਪਲੀਕੇਟਡ ਆ ਉਹਨੂੰ ਸਰਲ ਤਰੀਕੇ ਦੇ ਨਾਲ ਪੰਜਾਬੀ ਲੈਂਗੁਏਜ ਦੇ ਵਿੱਚ ਜਿਹੜਾ ਉਹ ਸਮਝਾਇਆ ਜਾ ਸਕੇ। ਤੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਹੋਰਾਂ ਨੂੰ ਵੀ ਇਹਦਾ ਫਾਇਦਾ ਹੋ ਸਕੇ। ਸਾਰਿਆਂ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਆਈਸ ਵੱਲੋਂ, ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ। ਉਹਨਾਂ ਨੇ ਜਿਹੜੇ ਪਿੱਛੇ ਬੰਦੇ ਫੜੇ ਸੀ ਤੇ ਉਹਨਾਂ ਨੂੰ ਰਿਲੀਜ਼ ਕੀਤਾ ਸੀ, ਉਹਨਾਂ ਨੂੰ ਹੁਣ ਕੋਰਟ 'ਚ ਅਪੀਅਰ ਹੋਣ ਵਾਸਤੇ ਨੋਟਿਸ ਟੂ ਅਪੀਅਰ ਜਿਹੜੇ ਆ ਉਹ ਇਸ਼ੂ ਕਰਨੇ ਸ਼ੁਰੂ ਕਰਤੇ ਆ। ਰਿਪੋਰਟ ਇਹ ਹੈਗੀ ਹੈ ਕਿ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਆਫਿਸਰਸ ਹੈਵ ਰਿਲੀਜ਼ਡ ਓਵਰ 250,000 ਪੀਪਲ ਸੀਕਿੰਗ ਅਸਾਈਲਮ ਡਾਇਰੈਕਟਲੀ ਐਟ ਦ ਬਾਰਡਰ। 2,50,000 ਤੋਂ ਵੱਧ ਬੰਦੇ ਜਿਹੜੇ ਹੈਗੇ ਆ ਉਹ ਇਹਨਾਂ ਨੇ ਰਿਲੀਜ਼ ਕੀਤੇ ਨੇ ਅਮਰੀਕਾ ਦੇ ਵਿੱਚ, ਜਿਹੜੇ ਕਿ ਇੱਥੇ ਅਸਾਈਲਮ ਲੈਣ ਵਾਸਤੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਬਾਰਡਰ ਤੇ। ਤੇ ਉਹਨਾਂ ਵਿੱਚੋਂ ਤਕਰੀਬਨ ਅੱਧੇ ਕੇਸ ਜਿਹੜੇ ਹੈਗੇ ਆ, ਨੀਅਰਲੀ ਇਨ ਹਾਫ ਆਫ ਥੀਸ ਕੇਸਿਸ ਪੀਪਲ ਵਰ ਨਾਟ ਰਿਲੀਜ਼ਡ ਵਿਦ ਅ ਫਾਰਮਲ ਨੋਟਿਸ ਟੂ ਅਪੀਅਰ ਇਨ ਦ ਇਮੀਗ੍ਰੇਸ਼ਨ ਕੋਰਟ। ਉਹਨਾਂ ਨੂੰ ਨੋਟਿਸ ਟੂ ਅਪੀਅਰ ਜਾਂ ਕੋਰਟ ਦੀ ਜਿਹੜੀ ਹੀਅਰਿੰਗ ਡੇਟ ਆ ਉਹ ਨਹੀਂ ਦਿੱਤੀ ਗਈ ਉਹਨਾਂ 'ਚੋਂ ਅੱਧ ਤੋਂ ਵੱਧ ਬੰਦਿਆਂ ਨੂੰ। ਅਤੇ ਉਹਦੇ ਕਰਕੇ ਹੁਣ ਜਿਹੜੀ ਆਈਸ ਆ ਉਹ ਉਹਨਾਂ ਬੰਦਿਆਂ ਨੂੰ NTA ਜਿਹਨੂੰ ਅਸੀਂ ਕਹਿੰਦੇ ਹਾਂ ਨੋਟਿਸ ਟੂ ਅਪੀਅਰ ਉਹ ਭੇਜਣ ਲੱਗੀ ਆ। ਅਤੇ ਉਹਨਾਂ ਦੀ ਜਿਹੜੀਆਂ ਡੇਟਾਂ ਹੈਗੀਆਂ ਉਹ 60 ਦਿਨ ਦੇ ਵਿੱਚ ਉਹਨਾਂ ਨੂੰ ਉਹਦੇ ਵਿੱਚ NTA ਆਊਗਾ ਤਾਂ ਕੋਰਟ ਦੀ ਡੇਟ ਆਏਗੀ। ਅਤੇ ਜਿਨ੍ਹਾਂ ਨੇ ਏਜੰਸੀ ਆ ਕੇ ਇੱਥੇ ਅਟੈਂਡੈਂਸ ਲਵਾਈ ਹੈ, ਕਿਉਂਕਿ ਉਹ ਛੱਡ ਦਿੰਦੇ ਨੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਆ ਵੀ ਆ ਕੇ ਤੁਸੀਂ 1 ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਆ ਕੇ ਅਟੈਂਡੈਂਸ ਲਵਾਓ ਇਮੀਗ੍ਰੇਸ਼ਨ ਕੋਲ, ਆਈਸ ਕੋਲ। ਸੋ ਜਿਹੜੇ ਬੰਦੇ ਉੱਥੇ ਜਿਨ੍ਹਾਂ ਨੇ ਚੈੱਕ ਇਨ ਕੀਤਾ ਉਹਨਾਂ ਨੂੰ ਜਿਹੜੀ ਹੈਗੀ ਆ ਉਹ NTA ਇਸ਼ੂ ਹੋਏਗਾ ਅਤੇ ਕੋਰਟ ਦੀ ਡੇਟ ਜਿਹੜੀ ਹੈਗੀ ਉਹ ਦਿੱਤੀ ਜਾਏਗੀ ਤਾਂ ਕਿ ਉਹਨਾਂ ਦੇ ਕੇਸ ਜਿਹੜੇ ਆ ਕੋਰਟਾਂ ਵਿੱਚ ਚੱਲ ਸਕਣ। ਕਾਫੀ ਬੰਦੇ ਆ ਜਿਨ੍ਹਾਂ ਨੂੰ ਬੜੀ ਦੇਰ ਦੇ ਬਾਹਰ ਆਏ ਆ ਤਾਂ ਉਹਨਾਂ ਨੂੰ ਕੋਈ ਕੋਰਟ ਡੇਟ ਅਜੇ ਨਹੀਂ ਮਿਲੀ, ਉਹਨਾਂ ਦਾ ਕੇਸ ਕੋਰਟ 'ਚ ਗਿਆ ਹੀ ਨਹੀਂ, NTA ਇਸ਼ੂ ਨਹੀਂ ਹੋਇਆ। ਇਹਦਾ ਨਾਂ ਰੱਖਿਆ ਇਹਨਾਂ ਨੇ ਆਪਰੇਸ਼ਨ ਹੋਰਾਈਜ਼ਨ। ਅਤੇ ਜਿਨ੍ਹਾਂ ਦੀਆਂ ਕੋਰਟ ਡੇਟਾਂ ਨਹੀਂ ਆਈਆਂ ਉਹਨਾਂ ਨੂੰ ਕੋਰਟ ਡੇਟਾਂ ਉਹ ਦੇਣਗੇ। ਅਤੇ ਆਈਸ ਸਟਿਲ ਪਲੈਨਸ ਟੂ ਸੈਂਡ ਅਰਾਊਂਡ 78,000 ਨੋਟਿਸਿਸ ਟੂ ਅਪੀਅਰ ਇਨ ਇਮੀਗ੍ਰੇਸ਼ਨ ਇਨ ਦ ਕਮਿੰਗ ਡੇਜ਼। 78,000 ਤੋਂ ਉੱਪਰ ਬੰਦਿਆਂ ਨੂੰ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ NTA ਜਿਹੜੇ ਆ ਉਹ ਇਸ਼ੂ ਕੀਤੇ ਜਾਣਗੇ ਤਾਂ ਕਿ ਉਹਨਾਂ ਦੀਆਂ ਡੇਟਾਂ ਜਿਹੜੀਆਂ ਆ ਸਕਣ ਅਤੇ ਆਪਣੇ ਕੇਸ ਜਿਹੜੇ ਆ ਉਹ ਪਰਸਿਊ ਕਰ ਸਕਣ। ਜਿਹੜਾ ਨੋਟਿਸ ਟੂ ਅਪੀਅਰ ਹੁੰਦਾ ਇਹਦੇ ਵਿੱਚ ਜਿਹੜੇ ਹੈਗੇ ਚਾਰਜਿਸ ਲੇ ਡਾਊਨ ਕੀਤੇ ਜਾਂਦੇ ਨੇ ਵੀ ਕਿਹੜੇ ਕਾਰਨਾਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੋਰਟ 'ਚ ਭੇਜਿਆ ਜਾ ਰਿਹਾ। ਅਤੇ ਉਹਦੇ ਨਾਲ ਉਹਨਾਂ ਨੂੰ ਪਲੀਡ ਕਰਨ ਦਾ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਦੱਸੋ ਵੀ ਤੁਸੀਂ ਇਹਨਾਂ ਚਾਰਜਿਸ ਦੇ ਅਗੇਂਸਟ ਕੀ ਅਪਲਾਈ ਕਰਨਾ। ਜ਼ਿਆਦਾਤਰ ਬੰਦੇ ਜਿਹੜੇ ਆ ਉਹ ਅਸਾਈਲਮ ਵਿਥਹੋਲਡਿੰਗ ਆਫ ਰਿਮੂਵਲ ਪ੍ਰੋਟੈਕਸ਼ਨ ਅੰਡਰ ਕੈਟ ਹੀ ਅਪਲਾਈ ਕਰਦੇ ਆ, ਲੇਕਿਨ ਉਹਦੇ ਨਾਲ ਫਿਰ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀ ਅਸਾਈਲਮ ਐਪਲੀਕੇਸ਼ਨ ਹੈ ਉਹ ਜਮ੍ਹਾਂ ਹੁੰਦੀ ਆ, ਫਿਰ ਅੱਗੇ 104th ਕੇਸ ਚੱਲਦਾ। ਅਤੇ ਜਿਹੜਾ ਅਸਾਈਲਮ ਐਪਲੀਕੇਸ਼ਨ ਹੈ 1 ਸਾਲ ਦੇ ਅੰਦਰ ਵਿਦਿਨ 1 ਈਅਰ ਲਾਉਣੀ ਜ਼ਰੂਰੀ ਹੈ। ਸੋ ਇਸ ਕਰਕੇ ਇਹ ਜਿਹੜਾ ਪ੍ਰੋਸੈਸ ਹੈ ਹੁਣ ਜਿਹੜੀ ਨਵੀਂ ਅਪਡੇਟ ਆਈ ਆ ਇਸ ਵੱਲੋਂ, ਅਤੇ ਇਹਦੇ 'ਚ ਹੁਣ ਜਿਹੜੇ ਬੰਦਿਆਂ ਨੂੰ ਅਜੇ ਕੋਰਟ ਡੇਟਾਂ ਨਹੀਂ ਆਈਆਂ ਜਾਂ ਉਹਨਾਂ ਦਾ ਕੇਸ ਕੋਰਟ 'ਚ ਗਿਆ ਹੀ ਨਹੀਂ, ਅਤੇ ਉਹਨਾਂ ਬੰਦਿਆਂ ਨੂੰ ਹੁਣ ਕੋਰਟ ਡੇਟਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਅਤੇ ਨੋਟਿਸ ਟੂ ਅਪੀਅਰ ਉਹਨਾਂ ਨੂੰ ਮੇਲ ਦੇ ਵਿੱਚ ਉਹਨਾਂ ਦਾ ਜਿਹੜਾ ਲਾਸਟ ਨੋਨ ਐਡਰੈਸ ਆ ਉੱਥੇ ਆਉਣਗੇ। ਆਪਣੇ ਐਡਰੈਸ ਦਾ ਖਿਆਲ ਰੱਖਿਓ, ਐਡਰੈਸ ਨੂੰ ਅਪਡੇਟ ਰੱਖਿਓ। ਸੋ ਜਦੋਂ ਤੁਸੀਂ ਆਈਸ ਕੋਲ ਹਾਜ਼ਰੀ ਲਵਾਉਣ ਜਾਂਦੇ ਹੋ ਤਾਂ ਉੱਥੇ ਜਿਹੜਾ ਇਹ ਆਪਣਾ ਕਰੰਟ ਐਡਰੈਸ ਉਹਨਾਂ ਨੂੰ ਦਿਓ ਤਾਂ ਕਿ ਉੱਥੇ ਉਹ ਨੋਟਿਸ ਟੂ ਅਪੀਅਰ ਤੁਹਾਨੂੰ ਕੋਰਟ ਦੀ ਡੇਟ ਭੇਜ ਸਕਣ। ਕਿਉਂਕਿ ਜੇ ਡੇਟ ਮਿਸ ਹੋ ਗਈ ਤਾਂ ਫਿਰ ਜਿਹੜਾ ਹੈਗਾ ਉਹ ਇਨ ਐਬਸਟੈਂਸ਼ੀਆ ਆਰਡਰ ਡੀਪੋਰਟੇਸ਼ਨ ਦਾ ਹੋ ਸਕਦਾ। ਸੋ ਡੇਟ ਜਿਹੜੀ ਵੀ ਦੇਣਗੇ ਬੜੀ ਇੰਪੋਰਟੈਂਟ ਆ, ਉਹ 'ਤੇ ਜਾਣਾ ਜ਼ਰੂਰੀ ਆ ਕੋਰਟ 'ਚ। ਅਗਲੀ ਜਿਹੜੀ ਖਬਰ ਹੈਗੀ ਆ ਉਹ ਖਬਰ ਇਹ ਹੈਗੀ ਆ ਕਿ ਅਮਰੀਕਾ ਨੇ ਜਿਹੜੀ ਹੁਣ ਬਾਰਡਰਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਇਹ ਪਾਲਿਸੀ ਹੈਗੀ ਕਿ ਜਿਹੜੇ ਬੰਦੇ ਬਾਰਡਰ 'ਤੇ ਆਉਂਦੇ ਆ, ਜਿਹੜੇ ਫੈਮਿਲੀ ਨਾਲ ਆਉਂਦੇ ਆ ਜਾਂ ਜਿਹਨਾਂ ਕੋਲ 18 ਸਾਲ ਤੋਂ ਘੱਟ ਬੱਚੇ ਆ, ਉਹਨਾਂ ਨੂੰ 72 ਘੰਟੇ ਦੇ ਵਿੱਚ ਜਿਹੜਾ ਪ੍ਰੋਸੀਡ ਕੀਤਾ ਜਾਂਦਾ ਅਤੇ ਉਹਨਾਂ ਨੂੰ ਉਹਦੇ ਵਿੱਚ ਜੇ ਕੋਈ ਗਰੰਟਰ ਬਾਹਰ ਹੈਗਾ ਉਹਦੀ ਕਸਟਡੀ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ। ਉਦੋਂ ਬਾਅਦ ਜਿਹੜੇ 18 ਸਾਲ ਤੋਂ ਉੱਪਰ ਆ ਜਾਂਦੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ, ਅਤੇ ਜੇ ਉਹ ਕ੍ਰੈਡੀਬਲ ਫੀਅਰ 'ਚ ਪਾਸ ਕਰ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਜਾਂ ਤਾਂ ਆਈਸੀ ਛੱਡ ਦਿੰਦੀ ਆ ਬੌਂਡ 'ਤੇ ਜਾਂ ਇਮੀਗ੍ਰੇਸ਼ਨ ਜੱਜ ਛੱਡਦਾ। ਜੇ ਉਹ ਫੇਲ ਹੋ ਜਾਂਦੇ ਆ ਤਾਂ ਉਹਨਾਂ ਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ। ਫਿਰ ਇਮੀਗ੍ਰੇਸ਼ਨ ਜੱਜ ਨੇ ਫੈਸਲਾ ਕਰਨਾ ਕਿ ਰੱਖਣਾ ਕਿ ਇਹਨਾਂ ਨੂੰ ਕੀ ਕਰਨਾ।
ਤੇ ਜੇ ਉਹ ਕਵੇ ਵੀ ਨਹੀਂ ਆਈਸ ਜਿਹੜੀ ਆ ਉਹਦਾ ਫੈਸਲਾ ਠੀਕ ਆ, ਵੀ ਇਹਨਾਂ ਦਾ ਕ੍ਰੈਡੀਬਲ ਫੀਅਰ ਜਿਹੜਾ ਉਹ ਫੇਲ ਠੀਕ ਹੋਇਆ ਤੇ ਇਹਨਾਂ ਨੂੰ ਕ੍ਰੈਡੀਬਲ ਫੀਅਰ ਨਹੀਂ ਹੈਗਾ, ਤਾਂ ਫਿਰ ਉਹਨਾਂ ਦਾ ਅਸਾਈਲਮ ਕੇਸ ਨਹੀਂ ਲੱਗ ਸਕਦਾ, ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਆਈਸ ਦੇ ਵਿੱਚ ਜਿਹੜੇ ਫਿਗਰਸ ਨੇ ਉਹ ਇਹ ਹੈਗੇ ਵੀ ਕਾਫੀ ਬੰਦਿਆਂ ਨੂੰ ਆਈਸ ਵਾਲੇ ਜਦੋਂ ਇੰਟਰਵਿਊ ਕਰਦੇ ਆ ਉਹ ਫੇਲ ਕਰ ਦਿੰਦੇ ਆ, ਉਹਨਾਂ ਨੂੰ ਫਿਰ ਇਮੀਗ੍ਰੇਸ਼ਨ ਜੱਜ ਕੋਲ ਜਾ ਕੇ ਦੁਬਾਰਾ ਇੰਟਰਵਿਊ ਦੇਣੀ ਪੈਂਦੀ ਆ, ਉੱਥੇ ਕਈ ਪਾਸ ਹੋ ਜਾਂਦੇ ਆ, ਜਿਹੜਾ ਉੱਥੇ ਵੀ ਨਾ ਪਾਸ ਹੋ ਸਕੇ ਉਹਨੂੰ ਵਾਪਸ ਜਿਹੜਾ ਹੈਗਾ ਡਿਪੋਰਟ ਕੀਤਾ ਜਾਂਦਾ। ਤੇ ਇਹਦੇ 'ਚ ਹੁਣ ਕਈ ਬੰਦਿਆਂ ਨੂੰ ਸਰਕਾਰ ਜਿਹੜੀ ਆ ਉਹ ਟਾਈਟਲ 42 ਲਾ ਕੇ ਇੱਥੋਂ ਡਿਪੋਰਟ ਕਰ ਦਿੰਦੀ ਆ। ਉਹ ਹੁੰਦਾ ਕਿ ਜਿਹੜੀਆਂ ਇੱਥੋਂ ਦੀਆਂ ਕੰਡੀਸ਼ਨਸ ਨੇ, ਖਾਸ ਕਰਕੇ ਹੈਲਥ ਕੰਡੀਸ਼ਨਸ ਜਾਂ ਕੋਈ ਮਹਾਮਾਰੀ ਜਾਂ ਇਸ ਕਿਸਮ ਦਾ ਕੋਈ ਚੱਕਰ ਆ, ਉਹਦੇ ਕਰਕੇ ਵੀ ਅਮਰੀਕਾ ਦੇ ਵਿੱਚ ਇਹਨਾਂ ਦੇ ਆਉਣ ਨਾਲ ਜਿਹੜੀ ਹੈਗੀ ਆ ਉਹ ਕੰਡੀਸ਼ਨਸ 'ਤੇ ਅਸਰ ਪਏਗਾ, ਉਹਦੇ ਕਰਕੇ ਡਿਪੋਰਟ ਕਰਦੀ ਆ। ਤੇ ਜਿਹੜਾ ਇਹਨਾਂ ਨੇ ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਕਿ ਨੋਟਿਸ ਟੂ ਅਪੀਅਰ ਦੇਣੇ ਸ਼ੁਰੂ ਕਰਨੇ ਆ, ਤੇ ਉਹਨੂੰ ਇਹਨਾਂ ਨੇ ਹੁਣ 78,000 ਬੰਦਿਆਂ ਨੂੰ ਇਹਨਾਂ ਨੇ ਨੋਟਿਸ ਟੂ ਅਪੀਅਰ ਹੁਣ ਭੇਜਣੇ ਆ ਇਨ ਦਾ ਕਮਿੰਗ ਵੀਕਸ। ਤੇ ਇਹਦੇ ਨਾਲ ਜਿਹੜਾ ਹੈਗਾ ਪ੍ਰੋਸੈਸ ਕਾਫੀ ਸਪੀਡ ਅਪ ਹੋਏਗਾ, ਤੇ ਇਹਦਾ ਜਿਹੜਾ ਫਾਇਦਾ ਹੈਗਾ ਉਹ ਉਹਨਾਂ ਬੰਦਿਆਂ ਨੂੰ ਹੋਊਗਾ ਜਿਨ੍ਹਾਂ ਦੇ ਕੇਸ ਜਿਹੜੇ ਹੈਗੇ ਆ ਉਹ ਕੋਰਟਾਂ ਦੇ ਵਿੱਚ ਨਹੀਂ ਗਏ। ਤੇ ਜਿਹੜਾ ਹੁਣ ਦਾ ਅੰਕੜਾ ਉਹ ਇਹ ਹੈਗਾ ਵੀ ਸਪਟੈਂਬਰ ਦੇ ਮਹੀਨੇ, ਜਿਹੜਾ ਸਪਟੈਂਬਰ ਲੰਘਿਆ, ਇਹਦੇ ਵਿੱਚ 1,07,000 ਬੰਦਿਆਂ ਨੂੰ ਨੋਟਿਸ ਟੂ ਅਪੀਅਰ ਜਿਹੜੇ ਹੈਗੇ ਦਿੱਤੇ ਗਏ, ਤੇ ਉਹਨਾਂ ਨੂੰ ਜਦੋਂ ਛੱਡਿਆ ਗਿਆ। ਪਰ ਪਹਿਲਾਂ ਇਹ ਤੋਂ ਜਿਹੜੇ ਬੰਦੇ ਸੀ ਉਹਨਾਂ ਨੂੰ ਨੋਟਿਸ ਟੂ ਅਪੀਅਰ ਨਹੀਂ ਦਿੱਤੇ ਗਏ, ਜਿਨ੍ਹਾਂ ਵਿੱਚੋਂ ਕਿ ਹੁਣ ਸਰਕਾਰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਇਹ ਕੇਸਾਂ ਦੀ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹ ਡਿਲੇ ਨਾ ਹੋਵੇ। ਇਹਦੇ ਨਾਲ ਨਾਲ ਜਿਹੜੀ ਅਗਲੀ ਖਬਰ ਆ ਉਹ ਇਹ ਹੈਗੀ ਆ ਕਿ ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਕੋਰਟ ਨੇ ਰੂਲ ਕੀਤਾ, ਜਿਹੜਾ ਕਿ ਬੜਾ ਇੰਪੋਰਟੈਂਟ ਡਿਸੀਜਨ ਆ, ਲੈਂਡਮਾਰਕ ਡਿਸੀਜਨ ਆ, ਕਿ ਜੀਓ ਗਰੁੱਪ ਇੱਕ ਪ੍ਰਾਈਵੇਟ ਪ੍ਰਿਜ਼ਨ ਕੰਪਨੀ ਹੈ ਜਿਹੜੀਆਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਹੁੰਦੇ ਨੇ, ਜਿੱਥੇ ਕਿ ਇਮੀਗ੍ਰੇਸ਼ਨ ਤੋਂ ਜਿਹੜੇ ਬੰਦੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ, ਉਹ ਜੀਓ ਗਰੁੱਪ ਆ ਇੱਕ, ਉਹਨਾਂ ਦੀਆਂ ਕਾਫੀ ਫੈਸਿਲਿਟੀਜ਼ ਹੈਗੀਆਂ ਜਿਨ੍ਹਾਂ ਦਾ ਕਿ ਸਰਕਾਰ ਨਾਲ ਕੰਟੈਕਟ ਹੁੰਦਾ, ਉੱਥੇ ਉਹ ਰੱਖਦੇ ਨੇ, ਤੇ ਉਹ ਇਮੀਗ੍ਰੇਸ਼ਨ ਡਿਟੈਂਸ਼ਨ ਜੇਲ੍ਹ ਹੁੰਦੀ ਆ। ਤੇ ਉਹਨਾਂ ਨੂੰ ਫਾਈਨ ਕੀਤਾ ਕੋਰਟ ਨੇ। ਉਹਨਾਂ ਨੇ ਕਿਹਾ ਵੀ ਜਿਹੜੇ ਵਾਸ਼ਿੰਗਟਨ ਸਟੇਟ ਦੇ ਵਿੱਚ ਉਹਨਾਂ ਦੇ ਸੈਂਟਰ ਸੀਗੇ, ਉੱਥੇ ਜਿਹੜੇ ਬੰਦੇ ਕੰਮ ਕਰਦੇ ਸੀ, ਜਿਹੜੇ ਉੱਥੇ ਆ ਕੇ ਡਿਟੈਂਸ਼ਨ 'ਚ ਰਹਿੰਦੇ ਆ, ਉੱਥੇ ਅੰਦਰੋਂ ਉਹਨਾਂ ਤੋਂ ਕੰਮ ਵੀ ਕਰਾਇਆ ਜਾਂਦਾ, ਜਿਵੇਂ ਸਫਾਈ ਦਾ ਕੰਮ ਹੋ ਗਿਆ ਜਾਂ ਹੋਰ, ਉਹਨਾਂ ਨੂੰ ਸਿਰਫ $1 ਪਰ ਡੇ ਪੇ ਕੀਤਾ ਜਾਂਦਾ ਸੀ ਲੇਬਰ ਦਾ। ਤੇ ਉਹ ਕੋਰਟ ਨੇ ਕਿਹਾ ਵੀ ਇਹ ਮਿਨੀਮਮ ਵੇਜ ਤੋਂ ਬਹੁਤ ਜ਼ਿਆਦਾ ਘੱਟ ਆ, ਤੇ ਜਿਹੜੀ ਮਿਨੀਮਮ ਵੇਜ ਆ ਉਹ ਮਿਲਣੀ ਚਾਹੀਦੀ ਆ। ਤੇ ਉਹਨਾਂ ਨੇ ਉਸ ਕੰਪਨੀ ਨੂੰ, ਜੀਓ ਕੰਪਨੀ ਨੂੰ, ਜਿਹੜੀ ਕਿ ਇਮੀਗ੍ਰੇਸ਼ਨ ਦੇ ਡਿਟੈਂਸ਼ਨ ਸੈਂਟਰ ਚਲਾਉਂਦੀ ਆ, ਉਹਨੂੰ $23 ਮਿਲੀਅਨ ਦਾ ਫਾਈਨ ਕੀਤਾ। ਤੇ ਉਹਦੇ ਵਿੱਚੋਂ $17 ਮਿਲੀਅਨ ਜਿਹੜਾ ਉਹ ਡਾਇਰੈਕਟਲੀ ਇਮੀਗ੍ਰੈਂਟਸ ਨੂੰ ਜਾਊਗਾ ਜਿਹੜੇ ਉਸ ਜੇਲ੍ਹ ਦੇ ਵਿੱਚ ਸੀਗੇ ਵਾਸ਼ਿੰਗਟਨ ਸਟੇਟ 'ਚ, ਤੇ ਉਹਨਾਂ ਨੇ ਉੱਥੇ ਮਤਲਬ ਕੰਮ ਕੀਤਾ, ਪਰ ਉਹਨਾਂ ਨੂੰ ਮਿਨੀਮਮ $1 ਹਰ ਦਿਨ ਦਾ ਪੇ ਕੀਤਾ ਗਿਆ। ਇੱਥੋਂ ਇਹ ਲੱਗਦਾ ਕਿ ਜਿਹੜੀਆਂ ਬਾਕੀ ਹੋਰ ਸਟੇਟਾਂ ਦੇ ਵਿੱਚ ਜੀਓ ਦੇ ਸੈਂਟਰ ਨੇ ਜਾਂ ਹੈਗੀਆਂ, ਉੱਥੇ ਵੀ ਕੋਰਟਾਂ ਇਹਨੂੰ ਫੋਲੋ ਕਰ ਸਕਦੀਆਂ, ਤੇ ਜਿਨ੍ਹਾਂ ਨੂੰ $1 ਮਿਲਦਾ ਰਿਹਾ ਉਹਨਾਂ ਨੂੰ ਫਿਊਚਰ ਦੇ ਵਿੱਚ ਜ਼ਿਆਦਾ ਪੈਸੇ ਮਿਲਣਗੇ ਜਿਹੜੇ ਜਾਣਗੇ, ਜਾਂ ਜਿਹੜੇ ਕੋਈ ਹੁਣ ਤਾਂ ਵੈਸੇ ਛੇਤੀ ਛੱਡ ਦਿੰਦੇ ਆ, ਇਹ ਜ਼ਿਆਦਾ ਉਹ ਬੰਦੇ ਨੇ ਜਿਹੜੇ ਕਿ ਪਿਛਲੀ ਸਰਕਾਰ ਦੌਰਾਨ ਸਾਲ 8-8 ਮਹੀਨੇ 2-2 ਸਾਲ ਜੇਲ੍ਹਾਂ 'ਚ ਰਹੇ ਨੇ। ਤੇ ਇਹ ਹੁਣ ਇਹਨਾਂ ਦਾ ਜਿਹੜਾ ਪਹਿਲਾਂ ਪ੍ਰੋਗਰਾਮ ਸੀਗਾ ਉਹਦਾ ਨਾਂ ਸੀਗਾ $1 ਏ ਡੇ ਪ੍ਰੋਗਰਾਮ। ਉਹਦੇ ਨਾਲ ਇਮੀਗ੍ਰੈਂਟਸ ਨੂੰ ਜਿਹੜਾ ਹੈਗਾ ਉੱਥੇ ਜੇਲ੍ਹ ਦੇ ਵਿੱਚ ਰੱਖ ਕੇ ਤੇ ਕੰਮ ਕਰਨਾ ਪੈਂਦਾ ਸੀ, ਜਾਂ ਕੰਮ ਕਰਨ ਨੂੰ ਕਹਿੰਦੇ ਸੀ, ਜਿੱਦਾਂ ਲਾਂਡਰੀ ਕਰ ਲਈ, ਸਫਾਈ ਕਰ ਲਈ, ਇਸ ਕਿਸਮ ਦੇ ਕੰਮ, ਜਾਂ ਕਿਚਨ 'ਚ ਕੰਮ ਕਰ ਲਿਆ। ਤੇ ਉਹਨਾਂ ਨੇ ਕਿਹਾ ਹੁਣ ਵੀ ਮਿਨੀਮਮ ਜਿਹੜੀ ਵੇਜ ਆ ਉਹਦੇ ਮੁਤਾਬਕ ਦਿਓ। ਇਹ ਜਿਹੜਾ ਲਾਅ ਸੂਟ ਹੈ 2017 ਵਿੱਚ ਸ਼ੁਰੂ ਹੋਇਆ, ਤੇ ਜਿਹੜਾ ਸਟੇਟ ਦਾ ਅਟਾਰਨੀ ਜਨਰਲ ਉਹਨੇ ਸੂਹ ਕੀਤਾ ਸੀ ਜੀਓ ਗਰੁੱਪ ਨੂੰ ਕਿ ਇਹ ਲੋਕਾਂ ਤੋਂ ਕੰਮ ਕਰਾਉਂਦੇ ਆ, ਤਾਂ ਉਹਨਾਂ ਨੂੰ ਕੋਈ ਖਾਸ ਇੱਕ ਦਿਨ ਦਾ ਜਿਹੜਾ ਹੈਗਾ $1 ਦਿੰਦੇ ਆ। ਤੇ ਉਹ ਫਿਰ ਜਿਹੜੇ ਕਲੇਮ ਹੈਗੇ ਆ ਉਹ ਕੋਰਟ 'ਚ ਗਏ, ਤੇ ਕੋਰਟ ਨੇ ਕਿਹਾ ਵੀ ਬਿਲਕੁਲ ਠੀਕ ਆ, ਇਹਨਾਂ ਨੇ ਬਹੁਤ ਘੱਟ ਪੈਸੇ ਦਿੱਤੇ ਆ ਜਿਹੜੇ ਕਿ ਦੇਣੇ ਬਣਦੇ ਆ, ਕਿਉਂਕਿ ਮਿਨੀਮਮ ਵੇਜ ਜਿਹੜੀ ਸਟੇਟ ਦੀ ਆ ਉਹ ਉਹਦੇ ਮੁਤਾਬਕ ਚੱਲਣਾ ਚਾਹੀਦਾ। ਤੇ ਉਹਨਾਂ ਨੇ ਇਹ ਜਿਹੜੀ ਹੈਗੀ ਆ ਉਹ ਜੱਜਮੈਂਟ ਉਹਨਾਂ ਦੇ ਹੱਕ 'ਚ ਕੀਤੀ ਆ, ਤੇ 17.3 ਮਿਲੀਅਨ ਬੈਕ ਪੇ ਦਿੱਤੀ ਆ, ਤੇ 5.9 ਮਿਲੀਅਨ ਉਹਨਾਂ ਨੇ ਕਿਹਾ ਵੀ ਵਾਸ਼ਿੰਗਟਨ ਸਟੇਟ ਨੂੰ ਜਿਹੜਾ ਹੈਗਾ ਉਹ ਜਾਏਗਾ। ਸੋ ਇੰਪੋਰਟੈਂਟ ਡਿਸੀਜਨ ਆ, ਤੇ ਇਹਦੇ ਨਾਲ ਹੁਣ ਬਾਕੀ ਹੋਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜੇਲ੍ਹਾਂ ਨੇ ਉਹਨਾਂ 'ਤੇ ਵੀ ਦੇਖੋ ਕੀ ਅਸਰ ਪੈਂਦਾ, ਇਹ ਹੁਣ ਸਮਾਂ ਹੀ ਦੱਸੇਗਾ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਇੰਪੋਰਟੈਂਟ, ਉਹ ਇਹ ਹੈਗੀ ਆ ਕਿ ਇੰਪਲੋਇਮੈਂਟ ਆਥੋਰਾਈਜੇਸ਼ਨ ਜਿਹੜੇ ਲੋਕਾਂ ਨੂੰ ਨਹੀਂ ਮਿਲ ਰਿਹਾ, ਖਾਸ ਕਰਕੇ ਜਦੋਂ ਆਪਾਂ ਅਪਲਾਈ ਕਰਦੇ ਹਾਂ ਤਾਂ ਇੰਪਲੋਇਮੈਂਟ ਆਥੋਰਾਈਜੇਸ਼ਨ ਰਿਨੂਅਲ ਵਾਸਤੇ, ਜਿਵੇਂ ਕਿਸੇ ਬੰਦੇ ਨੂੰ ਵਰਕ ਪਰਮਿਟ ਮਿਲਿਆ ਹੋਇਆ ਅਸਾਈਲਮ ਤੇ 2 ਸਾਲ ਦਾ, ਉਦੋਂ ਬਾਅਦ ਉਹ ਖਤਮ ਹੋਣ ਵਾਲਾ, ਤਾਂ ਉਹ ਖਤਮ ਹੋਣ ਤੋਂ ਪਹਿਲਾਂ ਜਦੋਂ ਬੰਦਾ ਉਹਨੂੰ ਰਿਨਿਊ ਕਰਾਉਂਦਾ, ਤੇ ਉਹਦੇ ਵਿੱਚ ਜਿਹੜੀ ਅੱਜ ਕੱਲ੍ਹ ਪ੍ਰੋਬਲਮ ਇਹ ਹੈਗੀ ਹੈ ਕਿ 10 ਤੋਂ 12 ਮਹੀਨੇ ਲੱਗ ਰਹੇ ਆ ਵਰਕ ਪਰਮਿਟ ਆਉਣ ਨੂੰ।
सो उन्हां विच कईयां दा तां जिहड़ा हैगा ड्राइवर लाइसेंस ही खत्म हो जाते हैं, कईयां नूं जॉब तो छुट्टी मिल जाती है, इस किस्म ਦੀਆਂ प्रॉब्लम आउंदियां ने। ਇਹਦੇ ਬਾਰੇ ਅਸੀਂ ਵੀ मैं भी ਜਿਹੜੀਆਂ ਮੇਰੀਆਂ ਮੀਟਿੰਗਾਂ ਹੁੰਦੀਆਂ ਨੇ ਸੈਨੇਟਰਾਂ ਨਾਲ ਜਾਂ ਕਾਂਗਰਸ ਵਾਲੇ ਜਿਹੜੇ ਪਰਸਨ ਹੁੰਦੇ ਨੇ, ਕਾਂਗਰਸ ਵੂਮਨ ਜਾਂ ਕਾਂਗਰਸਮੈਨ ਨਾਲ, ਉਹਦੇ ਨਾਲ ਇਹ ਮਸਲਾ ਆਮ ਤੌਰ 'ਤੇ ਹਮੇਸ਼ਾ ਉਠਾਉਂਦਾ ਮੈਂ। ਤੇ ਉਹ ਹੁਣ ਉਹਨਾਂ ਨੇ ਗੱਲ ਵੀ ਕੀਤੀ ਹੈਗੀ ਹੈ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਵੀ ਹੋਣਾ ਚਾਹੀਦਾ। ਪਰ ਇਸ ਸਿਲਸਿਲੇ ਦੇ ਵਿੱਚ ਜਿਹੜਾ ASAP ਆ, ਇੱਕ ਇੱਥੇ ਅਸਾਈਲਮ ਸੀਕਰ ਐਡਵੋਕੇਸੀ ਗਰੁੱਪ ਹੈਗਾ ਜਿਹੜੇ ਕਿ ASAP ਦੀ ਮੈਂਬਰਸ਼ਿਪ ਲੈ ਕੇ ਉਹ ਅਸਾਈਲਮ ਵਾਲਿਆਂ ਦੇ ਰਾਈਟਸ ਪ੍ਰੋਟੈਕਟ ਕਰਦੇ ਨੇ। ਉਹਨਾਂ ਨੇ ਉਹਨਾਂ ਨੂੰ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਜਿਹੜੀ ਹੈਗੀ ਰੈਪਰੈਜ਼ੈਂਟ ਕਰਦੀ ਆ, ਉਹਨਾਂ ਨੇ ਇੱਕ ਕੇਸ ਕੀਤਾ ਹੁਣ ਗੌਰਮੈਂਟ ਦੇ ਉੱਤੇ ਕਿ ਜਿਹੜੇ ਵਰਕ ਪਰਮਿਟ ਆ ਜਿਹੜੀ ਇੰਨੀ ਡਿਲੇ ਆ 12-12 ਮਹੀਨੇ 10-10 ਮਹੀਨੇ ਦੀ, ਇਹ ਗਲਤ ਆ, ਇਹ ਛੇਤੀ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ। ਉਹ ਜਿਹੜੇ ਪਲੇਂਟਿਵਸ ਹੈਗੇ ਆ ਇਹਨਾਂ ਵਿੱਚ ਇੱਕ ਤਾਂ ਮੈਡੀਕਲ ਡਾਕਟਰ ਹੈਗਾ, ਇੱਕ ਦੂਜਾ ਹੈਗਾ ਲੌਂਗ ਹੌਲ ਟਰੱਕ ਡਰਾਈਵਰ ਹੈ, ਇੱਕ ਫੂਡ ਸਰਵਿਸਿਜ਼ ਲਈ ਕੰਮ ਕਰਦਾ ਮੈਨੇਜਰ, ਤੇ ਇਸ ਕਿਸਮ ਦੇ ਜਿਹੜੇ ਇੱਕ ਹੈਲਥ ਕੇਅਰ ਵਾਸਤੇ ਵੀ ਕੰਮ ਕਰਦਾ। ਤੇ ਇਹਨਾਂ ਨੇ ਇਹ ਕਿਹਾ ਵੀ ਯਾਨੀ ਕਿ ਡਿਲੇ ਕਰਕੇ ਇਹਨਾਂ ਦੀ ਜੌਬ ਚਲੀ ਗਈ ਤੇ ਇਹਨਾਂ ਨੂੰ ਬਹੁਤ ਨੁਕਸਾਨ ਹੋਇਆ। ਇਹ ਤਾਂ ਅਸੀਂ ਆਮ ਦੇਖਦੇ ਹਾਂ ਜਿਹੜੇ ਵਿਚਾਰੇ ਟਰੱਕ ਚਲਾਉਂਦੇ ਆ, ਜਿਹਨਾਂ ਦਾ ਜਿਹੜਾ ਲਾਇਸੈਂਸ ਆ ਉਨੀ ਦੇਰ ਤੱਕ ਹੀ ਹੁੰਦਾ ਜਿੰਨੀ ਦੇਰ ਵਰਕ ਪਰਮਿਟ ਆ, ਤੇ ਜੇ ਉਹ ਜੌਬ ਜਿਹੜੀ ਆ ਉਹ ਨਾ ਵਰਕ ਪਰਮਿਟ ਆਵੇ ਤਾਂ ਉਹਨਾਂ ਦਾ ਲਾਇਸੈਂਸ ਰਿਨਿਊ ਨਹੀਂ ਹੁੰਦਾ। ਕਈਆਂ ਨੂੰ ਜਿਹੜਾ ਇੰਪਲੋਇਰ ਹੈਗਾ ਉਹ ਕਹਿੰਦਾ ਲਿਆਓ ਵਰਕ ਪਰਮਿਟ ਕਿੱਥੇ ਆ, ਉਹ ਨਾ ਹੋਵੇ ਤਾਂ ਉਹਨਾਂ ਨੂੰ ਕੰਮ ਤੋਂ ਕੱਢ ਦਿੰਦੇ ਆ। ਤੇ ਇਹ ਉਹਨਾਂ ਨੇ ਇਹ ਕਿਹਾ ਵੀ ਸਾਡੀਆਂ ਜਿਹੜੀਆਂ ਪੋਜੀਸ਼ਨਾਂ ਜੌਬਾਂ ਹੈਗੀਆਂ ਉਹ ਇਹਦੇ ਕਰਕੇ ਚਲੀਆਂ ਗਈਆਂ ਵੀ ਸਾਨੂੰ ਜਿਹੜੀ ਰਿਨਿਊਅਲ ਹੈਗੀ ਆ ਉਹਨੂੰ 10 ਮਹੀਨੇ ਤੋਂ ਉੱਤੇ ਹੋ ਗਏ। ਤੇ ਉਧਰੋਂ ਜਿਹੜੀ ਲੇਬਰ ਦੀ ਸ਼ਾਰਟੇਜ ਹੈਗੀ ਆ ਅਮਰੀਕਾ ਦੇ ਵਿੱਚ, ਜਿਹੜੀ ਇੰਡਸਟਰੀ ਆ ਉਹਨੂੰ ਹਰ ਕਿਸਮ ਦੀ ਇੰਡਸਟਰੀ ਨੂੰ ਇੱਥੇ ਬੰਦੇ ਚਾਹੀਦੇ ਆ, ਟਰੱਕਿੰਗ ਇੰਡਸਟਰੀ ਨੂੰ ਵੀ ਚਾਹੀਦੇ ਆ, ਜਿਹੜੀ ਫਾਰਮ ਲੇਬਰ ਵੀ ਚਾਹੀਦੀ ਆ, ਸਟੋਰਾਂ ਦੇ ਵੀ ਚਾਹੀਦੇ ਆ, ਗੈਸ ਸਟੇਸ਼ਨਾਂ 'ਤੇ ਵੀ ਚਾਹੀਦੇ ਆ, ਹਰ ਜਗ੍ਹਾ ਚਾਹੀਦੇ ਆ। ਤੇ ਇੱਧਰੋਂ ਜਿਹੜੇ ਵਰਕ ਪਰਮਿਟ ਆ ਉਹ ਰਿਨਿਊ ਹੋ ਕੇ 12-12 ਮਹੀਨੇ ਨਹੀਂ ਆਉਂਦੇ। ਸੋ ਇਸ ਕਰਕੇ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਕੇਸ ਕੀਤਾ ਗਿਆ। ਜਿਹੜੀ ਅਗਸਤ 2021 ਦੀ ਰਿਪੋਰਟ ਹੈਗੀ US ਲੇਬਰ ਡਿਪਾਰਟਮੈਂਟ ਦੀ, ਉਹ ਇਹ ਕਹਿੰਦੀ ਆ ਕਿ ਅਮਰੀਕਾ ਵਿੱਚ 10.4 ਮਿਲੀਅਨ ਜੌਬ ਓਪਨਿੰਗਸ ਹੈਗੀਆਂ। ਮਤਲਬ ਅਗਸਤ ਦੇ ਵਿੱਚ 10 ਮਿਲੀਅਨ ਤੋਂ ਵੱਧ ਜੌਬ ਓਪਨਿੰਗ ਸੀ ਅਮਰੀਕਾ ਜਿਹੜੇ ਕਿ ਵਰਕਰ ਨਹੀਂ ਸੀ ਮਿਲਦੇ। ਤੇ ਹਾਈਐਸਟ ਇਹ ਲੈਵਲ ਸੀਗਾ ਦਸੰਬਰ 2000 ਤੋਂ ਬਾਅਦ ਹੁਣ ਤੱਕ ਦਾ। ਤੇ ਇਸ ਕਰਕੇ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸਰਕਾਰ ਦੇ ਉੱਤੇ ਇਹਨਾਂ ਵੱਲੋਂ ਕਿ ਇਹਨਾਂ ਬੰਦਿਆਂ ਨੂੰ ਜਿਹੜਾ ਵਰਕ ਪਰਮਿਟ ਹੈਗਾ ਉਹ ਤੇਜ਼ ਦੇਣ ਵਾਸਤੇ ਕੋਰਟ ਜਿਹੜੀ ਹੈਗੀ ਆ ਉਹ ਹੁਣ ਐਕਸ਼ਨ ਲਵੇ ਤੇ ਸਰਕਾਰ ਨੂੰ ਡਾਇਰੈਕਟ ਕਰੇ ਵੀ ਇੰਨੀ ਦੇਰ ਦਾ ਜਿਹੜੀ ਰਿਨਿਊਅਲ ਨੂੰ ਸਾਲ ਕਿਉਂ ਲੱਗ ਰਿਹਾ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਹੈਗੀ ਆ ਇੰਡੀਆ ਤੋਂ ਕਿ ਇੰਡੀਆ ਨੇ ਜਿਹੜੇ ਟਰੈਵਲ ਹੈਗਾ 99 ਕੰਟਰੀਜ਼ ਤੋਂ ਅਲਾਓ ਕਰ ਦਿੱਤਾ। ਇਹਦੇ ਵਿੱਚ ਅਮਰੀਕਾ, UK, ਸਿੰਗਾਪੁਰ, ਆਸਟ੍ਰੇਲੀਆ, ਜਰਮਨੀ, ਫਰਾਂਸ ਤੇ ਬ੍ਰਾਜ਼ੀਲ ਆ। ਤੇ ਉਹਨਾਂ ਨੂੰ ਹੁਣ ਜਿਹੜਾ 14 ਡੇਜ਼ ਉੱਥੇ ਜਾ ਕੇ ਕੁਆਰੰਟੀਨ ਕਰਨਾ ਪੈਂਦਾ ਸੀ ਉਹ ਕਰਨ ਦੀ ਲੋੜ ਨਹੀਂ। ਤੇ ਇਹ 100 ਤੋਂ ਵੱਧ ਕੰਟਰੀਆਂ ਇਸ ਲਿਸਟ ਦੇ ਵਿੱਚ ਸ਼ਾਮਲ ਨੇ। ਤੇ ਇਹਦੇ 'ਚ ਹੁਣ ਜਿਹੜਾ ਮਤਲਬ ਖੋਲ੍ਹਿਆ ਗਿਆ ਇਹਦਾ ਫਾਇਦਾ ਖਾਸ ਕਰਕੇ ਉਹਨਾਂ ਬੰਦਿਆਂ ਨੂੰ ਹੋਊਗਾ ਅਮਰੀਕਾ ਤੇ ਕੈਨੇਡਾ ਵਗੈਰਾ ਵਿੱਚ ਜਿਹੜੇ ਕਿ ਇੰਡੀਅਨ ਮੂਲ ਦੇ ਲੋਕ ਨੇ, ਆਪਣੇ ਪੰਜਾਬੀ ਨੇ ਜਿਹੜੇ ਇੰਡੀਆ ਜਾਂਦੇ ਨੇ, ਤੇ ਉਹ ਹੁਣ ਜਾ ਸਕਣਗੇ। ਤੇ ਉਹਨਾਂ ਦਾ ਜਿਹੜਾ ਟਰੈਵਲ ਰਿਸਟ੍ਰਿਕਸ਼ਨ ਹੈਗੀ ਆ ਉਹ ਹੁਣ ਖ਼ਤਮ ਕਰ ਦਿੱਤੀ ਗਈ ਆ। ਪਰ ਸਟਿਲ ਉਹਨਾਂ ਨੂੰ ਜਿਹੜੀ ਮੇਰਾ ਖਿਆਲ ਆ ਵੈਕਸੀਨੇਸ਼ਨ ਵਗੈਰਾ ਦੀ ਲੋੜ ਹੋਊਗੀ, ਉਹ ਤਾਂ ਕਰਾਉਣੀ ਪੈਣੀ ਆ। ਤੇ ਨੈਗੇਟਿਵ ਟੈਸਟ ਵੀ ਉਹਨਾਂ ਤੋਂ ਜਿਹੜਾ ਹੈਗਾ ਰਿਪੋਰਟ ਮੰਗਣਗੇ, ਪਰ ਉੱਥੇ ਉਹਨਾਂ ਨੂੰ ਜਿਹੜੀ ਕੁਆਰੰਟੀਨ ਉਹ ਕਰਨ ਦੀ ਜਿਹੜੀ ਹੈਗੀ ਆ ਉਹ ਲੋੜ ਨਹੀਂ ਹੋਏਗੀ। As of November 19, there were 99 countries on this list, included US, UK, Singapore, Australia, Germany, France and Brazil. Those arriving from these countries that are not at risk can also skip the quarantine but need to self-monitor for 14 days. ਉਹਨਾਂ ਨੂੰ ਕੁਆਰੰਟਾਈਨ ਹੋਣ ਦੀ ਲੋੜ ਨਹੀਂ ਹੋਏਗੀ, ਲੇਕਿਨ ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਮਤਲਬ ਆਈਸੋਲੇਟ ਕਰਨ ਜਾ ਕੇ ਤਾਂ ਜ਼ਿਆਦਾ ਬੈਟਰ ਆ ਜਦੋਂ ਨਵੇਂ ਮੁਲਕ ਜਾਂਦੇ ਆ। ਪਰ ਕੋਈ ਜਿਹੜੀ ਸਰਕਾਰ ਵੱਲੋਂ ਇਸ ਕਿਸਮ ਦੀ ਜਿਹੜੀ ਹੈਗੀ ਆ ਉਹ ਪਾਬੰਦੀ ਨਹੀਂ ਹੋਏਗੀ। ਤੇ ਇਹਦੇ ਨਾਲ ਹੁਣ ਕਾਫੀ ਜ਼ਿਆਦਾ ਜਿਹੜਾ ਟਰੈਵਲ ਹੈਗਾ ਉਹਦਾ ਫਾਇਦਾ ਹੋਏਗਾ, ਕਿਉਂਕਿ ਜਿਹੜਾ ਸੀਜ਼ਨ ਹੁੰਦਾ ਨਵੰਬਰ, ਦਸੰਬਰ ਦਾ, ਜਨਵਰੀ ਦੇ ਵਿੱਚ ਕਾਫੀ ਜਿਹੜੇ NRI ਨੇ ਉਹ ਇੰਡੀਆ ਜਾਂਦੇ ਆ ਤੇ ਉਹਨਾਂ 'ਤੇ ਰਿਸਟ੍ਰਿਕਸ਼ਨਾਂ ਹਟਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਵੀ ਫਾਇਦਾ ਹੋਏਗਾ, ਟਰੈਵਲ ਨੂੰ ਵੀ ਫਾਇਦਾ ਹੋਏਗਾ। ਸੋ ਇਹ ਚੰਗੀ ਗੱਲ ਆ, ਕਿਉਂਕਿ ਜਿਹੜੀਆਂ ਰਿਸਟ੍ਰਿਕਸ਼ਨਾਂ ਹੈਗੀਆਂ ਉਹ ਹੁਣ ਬਹੁਤ ਦੇਰ ਹੋ ਗਿਆ ਲੱਗੀਆਂ ਨੂੰ ਤੇ ਘੱਟ ਹੋਣੇ ਚਾਹੀਦੀਆਂ ਨੇ। ਪਿੱਛੇ ਜੇ ਅਮਰੀਕਾ ਨੇ ਵੀ ਜਿਹੜੀ ਹੈਗੀ ਰਿਸਟ੍ਰਿਕਸ਼ਨ ਮੈਂ ਦੱਸਿਆ ਸੀ ਪਿਛਲੇ ਹਫ਼ਤੇ ਖ਼ਤਮ ਕੀਤੀ ਆ, ਇਹਨਾਂ ਨੇ ਵੀ ਅਲਾਓ ਕਰਤਾ ਸੀਗਾ ਕਿ ਇਹ ਬੰਦੇ ਜਿਹੜੇ ਇਹਨਾਂ ਕੰਟਰੀਜ਼ ਵਿੱਚ ਇੰਡੀਆ ਵੀ ਹੈਗਾ, ਬ੍ਰਾਜ਼ੀਲ ਵੀ ਹੈਗਾ, ਚਾਈਨਾ ਵੀ ਹੈਗਾ, ਉਹ ਆ ਸਕਦੇ ਆ। ਤੇ ਸ਼ਰਤਾਂ ਉਹੀ ਨੇ ਕਿ ਉਹਨਾਂ ਨੇ ਜਿਹੜਾ ਹੈਗਾ ਉਹ ਟੀਕਾ ਲਵਾਇਆ ਹੋਵੇ
ਤੇ ਦੂਜਾ ਇਹ ਹੈਗਾ ਕਿ ਉਹਨਾਂ ਕੋਲ ਜਿਹੜੀ ਨੈਗੇਟਿਵ ਰਿਪੋਰਟ ਹੋਵੇ। ਤੇ ਇਸ ਤੋਂ ਇਲਾਵਾ ਜਿਹੜਾ ਹੁਣ ਅਗਲੀ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਆਈਸ ਨੇ ਮੈਮੋ ਇਸ਼ੂ ਕੀਤਾ ਸੀਗਾ ਕਿ ਅਸੀਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਸਾਡੀਆਂ ਨਹੀਂ ਹੋਣਗੀਆਂ ਪ੍ਰੋਟੈਕਟਡ ਏਰੀਆਜ਼ ਦੇ ਵਿੱਚ, ਉਹ ਹੁਣ ਇਫੈਕਟ ਵਿੱਚ ਚਲਿਆ ਗਿਆ। ਉਹ ਜਿਹੜੇ ਪ੍ਰੋਟੈਕਟਡ ਏਰੀਆਜ਼ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਏਰੀਏ ਹੈਗੇ ਪਲੇਸਿਸ ਆਫ ਵਰਸ਼ਿਪ, ਵੀ ਸਾਡੇ ਗੁਰਦੁਆਰਾ ਸਾਹਿਬਾਨ ਹੋ ਗਏ, ਮੰਦਰ ਹੋ ਗਏ, ਮਸਜਿਦਾਂ ਹੋ ਗਈਆਂ, ਚਰਚਾਂ ਹੋ ਗਈਆਂ, ਕਮਿਊਨਿਟੀ ਸੈਂਟਰ ਹੋ ਗਏ, ਜਿਹੜੇ ਫਿਊਨਰਲ ਤੇ ਵੈਡਿੰਗ ਜਿੱਥੇ ਹੁੰਦੀ ਆ ਉਹ ਪਲੇਸਿਸ ਹੋ ਗਈਆਂ, ਜਿੱਥੇ ਕੋਈ ਪਰੇਡ ਜਾਂ ਡੈਮੋਨਸਟ੍ਰੇਸ਼ਨ ਹੁੰਦੀ ਆ ਉਹ ਹੋ ਗਿਆ, ਉਹਦੇ ਨਾਲ ਨਾਲ ਸਕੂਲ ਹੋ ਗਏ ਤੇ ਮੈਡੀਕਲ ਤੇ ਹੈਲਥ ਫੈਸਿਲਿਟੀਜ਼ ਹੋ ਗਈਆਂ। ਇਹਨਾਂ ਏਰੀਆ ਦੇ ਵਿੱਚ ਜੇ ਕੋਈ ਬੰਦਾ ਗਿਆ ਹੈਗਾ ਜਿਹੜਾ ਅਨਡਾਕੂਮੈਂਟਡ ਆ ਉਹਨੂੰ ਫੜਿਆ ਨਹੀਂ ਜਾਏਗਾ। ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਆ। ਸੋ ਇਹਦਾ ਉਹਨਾਂ ਬੰਦਿਆਂ ਨੂੰ ਲਾਭ ਜਿਹੜਾ ਹੈਗਾ ਉਹ ਮਿਲੇਗਾ। ਸੋ ਇਹ ਸੀਗੀਆਂ ਹੁਣ ਦੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਸਮਾਂ ਹੋਇਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਸਾਰਿਆਂ ਤੋਂ ਪਹਿਲਾਂ ਸਵਾਲ ਇਹ ਹੈਗਾ ਕਿ 751 ਕੈਟੇਗਰੀ ਬਾਰੇ ਦੱਸੋ। ਤੇ ਅਸੀਂ ਅਗਸਤ 21 ਚ ਅਪਲਾਈ ਕੀਤਾ ਸੀ, ਅਜੇ ਤੱਕ ਨਹੀਂ ਆਇਆ। 751 ਕੰਡੀਸ਼ਨ ਰਿਮੂਵਲ ਦੀ ਕੈਟੇਗਰੀ ਹੈ ਜੀ, ਜਿਹਦੇ ਵਿੱਚ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ 2 ਸਾਲ ਦਾ ਜਿਹਨੂੰ ਗ੍ਰੀਨ ਕਾਰਡ ਮਿਲਿਆ ਹੁੰਦਾ ਉਹ ਜਦੋਂ ਅਪਲਾਈ ਕਰਦਾ ਤਾਂ ਉਹਨੂੰ ਜਿਹੜਾ ਹੈਗਾ ਉਹ ਉਹਦੇ ਵਿੱਚ ਕੰਡੀਸ਼ਨ ਰਿਮੂਵਲ ਵਾਸਤੇ ਤੇ ਉਹਦੀ ਐਕਸਟੈਂਸ਼ਨ ਲਈ ਅਪਲਾਈ ਕਰਦਾ ਕਿ ਉਹਨੂੰ ਫਰਦਰ ਜਿਹੜਾ ਗ੍ਰੀਨ ਕਾਰਡ ਆ 2 ਸਾਲ ਤੋਂ 10 ਸਾਲ ਦਾ ਮਿਲੇ। ਇਹਦੇ ਵਿੱਚ ਖਾਸ ਕਰਕੇ ਵਿਆਹ ਦੇ ਕੇਸਾਂ ਦੇ ਬੰਦੇ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਵਿੱਚ ਇਹ ਹੁੰਦਾ ਵੀ ਜੇ ਕੋਈ ਬੰਦਾ ਇੱਥੇ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਨਾਲ ਵਿਆਹ ਕਰਾਉਂਦਾ ਤੇ ਵਿਆਹ ਨੂੰ 2 ਸਾਲ ਤੋਂ ਘੱਟ ਹੋਏ ਹੋਣ ਤਾਂ ਉਹਨੂੰ ਜਿਹੜਾ ਗ੍ਰੀਨ ਕਾਰਡ ਪਹਿਲਾਂ 2 ਸਾਲ ਦਾ ਮਿਲਦਾ, 2 ਸਾਲ ਤੋਂ ਬਾਅਦ ਜਿਹੜਾ ਹੈਗਾ ਉਹਦਾ ਕੇਸ ਉਹ ਐਕਸਟੈਂਡ ਕਰਨ ਵਾਸਤੇ ਉਹਨੂੰ ਕਹਿੰਦੇ ਆ ਕੰਡੀਸ਼ਨ ਰਿਮੂਵਲ ਫਾਰਮ ਭਰਨਾ ਪੈਂਦਾ I-751। ਉਹਦੇ ਨਾਲ ਸਪੋਰਟਿੰਗ ਡਾਕੂਮੈਂਟੇਸ਼ਨ ਲਗਾਉਣੀ ਪੈਂਦੀ ਆ, ਸ਼ੋਅ ਕਰਨਾ ਪੈਂਦਾ ਵੀ ਇਕੱਠੇ ਰਹਿ ਰਹੇ ਹੋ ਤੁਸੀਂ ਐਂਡ ਸੋ ਫੋਰਥ ਕਿ ਤੁਹਾਡੇ ਕੋਲ ਸਾਰੀ ਜਿਹੜੇ ਹੈਗੇ ਪ੍ਰੂਫਸ ਹੈਗੇ ਆ, ਮੈਰਿਜ ਰੀਅਲ ਸੀਗੀ ਇਹ। ਤੇ ਉਹਦੇ ਨਾਲ ਫਿਰ ਜਦੋਂ ਅਪਲਾਈ ਕਰਦੇ ਆ ਫਿਰ ਉਹਨੂੰ ਪਹਿਲਾਂ ਤਾਂ ਆਟੋਮੈਟਿਕਲੀ ਵਧਾ ਦਿੰਦੇ ਆ ਤੇ ਫਿਰ ਇੰਟਰਵਿਊ ਆਉਂਦੀ ਆ। ਇੰਟਰਵਿਊ ਦੇ ਵਿੱਚ ਜਿਹੜਾ ਪਾਸ ਹੋਣਾ ਜ਼ਰੂਰੀ ਆ, ਲੇਕਿਨ ਜੇ ਤੁਹਾਡੇ ਕੋਲ ਸਫੀਸ਼ੀਐਂਟ ਡਾਕੂਮੈਂਟੇਸ਼ਨ ਪਹਿਲਾਂ ਹੈਗੀ ਆ ਤਾਂ ਇੰਟਰਵਿਊ ਕਈ ਵਾਰੀ ਨਹੀਂ ਵੀ ਆਉਂਦੀ, ਪਰ ਜੇ ਆਵੇ ਤਾਂ ਉੱਥੇ ਜਾਣਾ ਪੈਂਦਾ। ਇੰਟਰਵਿਊ ਨੂੰ ਕਾਫੀ ਟਾਈਮ ਲੱਗ ਰਿਹਾ, 1.5 ਤੋਂ 2 ਸਾਲ ਲੱਗ ਰਹੇ ਨੇ ਇੰਟਰਵਿਊ ਵਾਸਤੇ। ਸੋ ਤੁਸੀਂ ਜੇ ਅਗਸਤ 21 ਚ ਅਪਲਾਈ ਕੀਤਾ ਇਹਨੂੰ ਤਾਂ ਬਹੁਤ ਟਾਈਮ ਲੱਗਣਾ, ਜੇ ਘੱਟੋ ਘੱਟ ਸਾਲ 1.5 ਸਾਲ ਹੋਰ ਲੱਗ ਸਕਦਾ। ਦੂਜਾ ਇਹਦੇ 'ਚ ਇਹ ਆ ਕਿ ਇਹ 'ਚ 2 ਕਿਸਮ ਦੀਆਂ ਕੈਟੇਗਰੀਆਂ ਹੁੰਦੀਆਂ। ਪਹਿਲੀ ਤਾਂ ਉਹ ਆ ਜਿਹੜੀ ਜੁਆਇੰਟ ਆ ਪਟੀਸ਼ਨ, ਜੁਆਇੰਟ ਆ ਵੀ ਹਸਬੈਂਡ ਵਾਈਫ ਦੋਨੇ ਜਿਹੜੇ ਆ ਉਹ ਸਾਈਨ ਕਰਦੇ ਆ ਤੇ ਉਹ ਜਿਹੜੀ ਪਟੀਸ਼ਨ ਫਾਈਲ ਹੁੰਦੀ ਆ। ਦੂਜੀ ਉਹ ਪਟੀਸ਼ਨ ਆ ਜਿਹੜੀ ਕਿ 1 ਸਾਈਡਡ ਆ, ਜਿਹਨੂੰ ਵੇਵਰ ਕਹਿੰਦੇ ਆ ਅਸੀਂ। ਉਹਦੇ ਵਿੱਚ ਇਹ ਹੁੰਦਾ ਵੀ ਜੇ ਜਿਹੜੀ ਮੈਰਿਜ ਉਹ ਨਾ ਚੱਲੇ ਜਾਂ ਉਹਨਾਂ ਦੀ ਅਣਬਣ ਹੋ ਜਾਵੇ ਫਿਰ 1 ਸਾਈਡਡ ਅਪਲਾਈ ਕੀਤੀ ਜਾਂਦੀ ਆ। ਉਹਦੇ ਵਾਸਤੇ ਕੰਡੀਸ਼ਨ ਹੁੰਦੀ ਹੈ ਵੀ ਜਾਂ ਤਾਂ ਡਿਵੋਰਸ ਹੋਇਆ ਹੋਵੇ ਤੇ ਜਾਂ ਬੈਟਰਡ ਸਪਾਊਸ ਹੋਵੇ, ਵੀ ਜਿਹੜਾ ਇੱਕ ਸਪਾਊਸ ਆ ਉਹਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ, ਉਹਦੇ ਨਾਲ ਕੁੱਟਮਾਰ ਹੋਈ ਹੋਵੇ ਜਾਂ ਇਸ ਕਿਸਮ ਦਾ ਉਹਦੇ ਨਾਲ ਵਿਹਾਰ ਹੋਇਆ ਹੋਵੇ ਤੇ ਉਹ ਜਿਹੜਾ ਹੈਗਾ ਉਹ ਫਿਰ ਇਹਦੇ ਮਤਲਬ 1 ਸਾਈਡਡ ਕਰ ਸਕਦਾ, ਇਹਦਾ ਵੇਵਰ ਲੈ ਸਕਦਾ ਜਿਹੜੀ ਹੁੰਦੀ ਜੁਆਇੰਟ ਪਟੀਸ਼ਨ ਦਾ। ਸੋ ਇਹ ਜਿਹੜੀਆਂ 2 ਸੂਰਤਾਂ ਦੇ ਵਿੱਚ ਬੰਦਾ ਆਪਣੇ ਤੌਰ ਤੇ ਸਿੰਗਲ ਵੀ ਕਰ ਸਕਦਾ, ਅਦਰਵਾਈਜ਼ ਇਹ ਜੁਆਇੰਟ ਫਾਈਲ ਕੀਤੀ ਜਾਂਦੀ ਹੈ। ਟਾਈਮ ਇਹਨੂੰ 1.5 ਤੋਂ 2 ਸਾਲ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਮੇਰੇ ਸਪਾਊਸ ਦੀ ਇਮੀਗ੍ਰੇਸ਼ਨ ਵੀਜ਼ਾ ਡਾਕੂਮੈਂਟਰਲੀ ਅਪਰੂਵ ਹੋ ਗਿਆ ਜਨਵਰੀ 2021 ਦਾ ਤੇ ਨੈਕਸਟ ਸਟੈਪ ਹੁਣ ਕੀ ਆ। ਦੇਖੋ ਇਹ ਤਾਂ ਪਹਿਲਾਂ ਤਾਂ ਇਹ ਡਿਪੈਂਡ ਕਰੇਗਾ ਕਿ ਤੁਹਾਡਾ ਸਪਾਊਸ ਦਾ ਜਿਹੜਾ ਕੇਸ ਅਪਲਾਈ ਕੀਤਾ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਕਿ ਸਿਟੀਜ਼ਨ ਹੋ। ਇਹ ਦੋਵਾਂ 'ਚ ਫਰਕ ਹੈ, ਹਾਲਾਂਕਿ ਦੋਨੇ ਕਰੰਟ ਨੇ ਪਰ ਜਿਹੜੀ ਸਿਟੀਜ਼ਨ ਦੀ ਪ੍ਰੋਸੈਸਿੰਗ ਆ ਉਹ ਕਾਫੀ ਤੇਜ਼ ਆ ਗ੍ਰੀਨ ਕਾਰਡ ਹੋਲਡਰ ਨਾਲੋਂ। ਸੋ ਜੇ ਤੁਸੀਂ ਸਿਟੀਜ਼ਨ ਹੈਗੇ ਆ ਫਿਰ ਹੁਣ ਤੁਹਾਡੀ ਵਾਰੀ ਜਦੋਂ ਵੀ ਹੁਣ ਪਿੱਛੇ ਇੰਟਰਵਿਊਜ਼ ਬੰਦ ਸੀਗੀਆਂ ਖੁੱਲ੍ਹਣਗੀਆਂ ਤਾਂ ਆ ਸਕਦੀ ਹੈ। ਜੇ ਗ੍ਰੀਨ ਕਾਰਡ ਹੋਲਡਰ ਨੂੰ ਤਾਂ ਜ਼ਿਆਦਾ ਟਾਈਮ ਲੱਗ ਸਕਦਾ, ਉਹਨਾਂ ਨੂੰ ਤਾਂ 60 ਦਿਨ ਦੇ ਜਿਹੜੇ ਨੋਟਿਸ ਆ ਰਹੇ ਆ ਕਿ 60 ਦਿਨ ਵੇਟ ਕਰੋ ਫਿਰ ਦੁਬਾਰਾ 60 ਦਿਨ ਕਰੋ, ਉਹਨੂੰ ਟਾਈਮ ਲੱਗ ਰਿਹਾ। ਪਰ ਜਦੋਂ ਖੁੱਲ੍ਹਦਾ ਇਹ ਕੋਈ ਪਿੱਛੇ ਇੰਟਰਵਿਊਜ਼ ਬੰਦ ਕੀਤੀਆਂ ਸੀਗੀਆਂ ਉੱਥੇ ਮੁੰਬਈ 'ਚ ਤੇ ਫਿਰ ਆਪਾਂ ਦੇਖਦੇ ਹਾਂ ਵੀ ਕੀ ਹੁੰਦਾ ਆ। ਅਗਲੀ ਜਿਹੜੀ ਹੈਗੀ ਆ ਉਹ ਖਬਰ ਇਹ ਹੈਗੀ ਆ ਕਿ ਉਹ ਕਹਿੰਦੇ ਕਿ ਅਸੀਂ ਅਫਰਮੇਟਿਵ ਅਸਾਈਲਮ ਅਪਲਾਈ ਕੀਤਾ ਸੀਗਾ 2015 'ਚ ਤੇ ਸਾਡੀ ਕੋਈ ਇੰਟਰਵਿਊ ਨਹੀਂ ਆਈ ਤੇ ਅਸੀਂ ਹੁਣ ਆਪਣੇ ਕੇਸ ਦੀ ਇੰਟਰਵਿਊ ਕਢਾ ਸਕਦੇ ਹਾਂ। ਸਾਡੇ ਮਦਰ ਬੜੇ ਬਿਮਾਰ ਨੇ, ਉਹਨਾਂ ਦਾ ਸਰਟੀਫਿਕੇਟ ਲਾ ਕੇ ਜਾਂ ਕਿਸ ਤਰ੍ਹਾਂ। ਦੇਖੋ ਇਸ ਤਰ੍ਹਾਂ ਕਿ 2015 'ਚ ਤੁਸੀਂ ਅਪਲਾਈ ਕੀਤਾ, ਕਾਫੀ ਕੇਸ ਨੇ ਜਿਹੜੇ 2018 ਤੋਂ ਪਹਿਲਾਂ ਦੇ ਜਿਨ੍ਹਾਂ ਦੀ ਇੰਟਰਵਿਊਜ਼ ਨਹੀਂ ਆਈਆਂ। ਕੋਈ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਇਹ ਰੂਲ ਬਣਾਤਾ ਸੀ ਵੀ ਜਿਨ੍ਹਾਂ ਨੇ 18 ਤੋਂ ਪਹਿਲਾਂ ਕੀਤਾ ਉਹਨਾਂ ਨੂੰ ਇੰਟਰਵਿਊ ਨਹੀਂ ਦੇਣੀ, 18 ਤੋਂ ਬਾਅਦ ਵਾਲਿਆਂ ਨੂੰ ਦੇਣੀ ਆ। ਪਰ ਹੁਣ ਇਹਨਾਂ ਨੇ ਇਹ ਚੇਂਜ ਕਰਤਾ ਵੀ ਪਹਿਲਿਆਂ ਨੂੰ ਵੀ ਦੇ ਦਿਓ। ਉਹ ਜਿਹੜੀ ਸੀਗੀ ਰਿਸਟ੍ਰਿਕਸ਼ਨ ਉਹ ਰਿਮੂਵ ਕਰ ਦਿੱਤੀ ਆ। ਤੁਸੀਂ ਡੇਟ ਹੁਣ ਲੈ ਸਕਦੇ ਹੋ, ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਜਮ੍ਹਾਂ ਕਰਾ ਕੇ ਤੁਹਾਨੂੰ ਜਿਹੜਾ ਅਸਾਈਲਮ ਆਫਿਸ ਤੁਹਾਨੂੰ ਪੈਂਦਾ ਲੋਕਲ ਉਹਦੇ ਨਾਲ ਕੰਟੈਕਟ ਕਰੋ, ਤੁਹਾਨੂੰ ਡੇਟ ਦੇ ਸਕਦੇ। ਜੇ ਤੁਹਾਡਾ ਕੋਈ ਲਾਇਰ ਹੈਗਾ ਤਾਂ ਉਹ ਕੰਟੈਕਟ ਕਰੇ। ਅਸੀਂ ਡੇਟਾਂ ਕਢਾਉਂਦੇ ਹਾਂ, ਮੈਂ ਕਈ ਲੋਕਾਂ ਦੀਆਂ ਡੇਟਾਂ ਕਢਾਈਆਂ
ਜਾਂ ਮੇਰੇ ਨਾਲ ਸੰਪਰਕ ਕਰ ਲਓ, ਮੈਨੂੰ ਈਮੇਲ ਕਰ ਦਿਓ jpsinghattorney@gmail ਤੇ, ਮੈਨੂੰ ਸੈੱਲ ਤੇ ਕਰ ਲਿਓ ਫੋਨ 9179154142 ਉੱਤੇ ਤੁਸੀਂ ਆਪਣਾ ਮੈਸੇਜ ਟੈਕਸਟ ਕਰ ਦਿਓ ਤੇ ਮੈਂ ਥੋੜਾ ਪਤਾ ਕਰਕੇ ਡੇਟ ਕਢਾਉਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਹੁਣ ਡੇਟਾਂ ਉਹ ਦੇ ਰਹੇ ਆ, ਸੋ ਆਪਾਂ ਡੇਟ ਕਢਾ ਸਕਦੇ ਹਾਂ। ਸੋ ਇਹ ਜਿਹੜੀ ਹੈਗੀ ਡੇਟ ਕਢਾਉਣ ਦੀ ਤੁਸੀਂ ਕੋਸ਼ਿਸ਼ ਕਰੋ। ਅਗਲਾ ਸਵਾਲ ਹੈ ਜੀ ਕਿ ਮੈਨੂੰ ਗ੍ਰੀਨ ਕਾਰਡ ਮਿਲਿਆ ਸੀਗਾ 2 ਸਾਲ ਦਾ ਤੇ ਉਦੋਂ ਬਾਅਦ 18 ਮਹੀਨੇ ਲਈ ਐਕਸਟੈਂਡ ਕਰਤਾ ਤੇ ਐਕਸਪਾਇਰ ਹੋ ਰਿਹਾ ਮਾਰਚ 22 'ਚ ਤੇ ਮੈਨੂੰ ਕੋਈ ਲੈਟਰ ਨਹੀਂ। ਇਹ ਉਸ ਕਿਸਮ ਦਾ ਹੀ ਕੇਸ ਹੈ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ I-751। ਇਹਨਾਂ ਨੇ I-751 ਹੀ ਫਾਰਮ ਭਰਿਆ ਤੇ ਜਦੋਂ ਵੀ 2 ਸਾਲ ਦਾ ਗ੍ਰੀਨ ਕਾਰਡ ਮਿਲਦਾ ਉਹਨੂੰ ਐਕਸਟੈਂਡ ਕਰਾਉਣ ਵਾਸਤੇ ਕੰਡੀਸ਼ਨ ਰਿਮੂਵਲ ਲਈ ਅਪਲਾਈ ਕੀਤਾ ਜਾਂਦਾ, ਫਾਰਮ ਉਹੀ I-751 ਤੇ ਉਹ ਪਹਿਲਾਂ ਲੈਟਰ ਆ ਜਾਂਦਾ ਐਕਸਟੈਂਡ ਕਰਨ ਦੇ 1.5 ਸਾਲ ਲਈ, ਲੇਕਿਨ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਡੇਟ ਨਹੀਂ ਆਈ। ਇਹਨੂੰ ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ ਆ ਤੇ ਟਾਈਮ ਸੋ ਤੁਹਾਡਾ ਜੇ ਮਾਰਚ 'ਚ ਖਤਮ ਹੋ ਰਿਹਾ, ਤੁਸੀਂ USCIS ਇਮੀਗ੍ਰੇਸ਼ਨ ਦਾ ਜਿਹੜਾ ਤੁਹਾਡੇ ਨੀਅਰੈਸਟ ਆਫਿਸ ਪੈਂਦਾ ਉੱਥੇ ਲੈਟਰ ਲਿਜਾ ਕੇ ਤੇ ਆਪਣੇ ਪਾਸਪੋਰਟ ਤੇ ਸਟੈਂਪ ਲਵਾ ਲਓ। 6 ਮਹੀਨੇ ਲਈ ਇਹਨੂੰ ਐਕਸਟੈਂਡ ਕਰ ਦੇਣਗੇ, ਤੁਹਾਨੂੰ ਜਿਹੜਾ ਹੈਗਾ ਵਰਕ ਆਥੋਰਾਈਜ਼ ਕਰ ਦੇਣਗੇ, ਨਾਲੇ ਤੁਹਾਨੂੰ ਜਿਹੜਾ ਹੈਗਾ ਟਰੈਵਲ ਆਥੋਰਾਈਜ਼ ਕਰ ਦੇਣਗੇ। ਸੋ 6 ਮਹੀਨੇ ਵਾਸਤੇ ਇਹ ਉਹ ਐਕਸਟੈਂਡ ਕਰ ਦਿੰਦੇ। ਉੱਥੇ ਤੁਸੀਂ ਜੇ ਇੰਡੀਆ ਵਗੈਰਾ ਜਾਣਾ ਜਾਂ ਕਿਤੇ ਹੋਰ ਟਰੈਵਲ ਕਰਨਾ ਉਹ ਕਰ ਸਕਦੇ ਹੋ। ਇਹਦਾ ਇਹੀ ਤਰੀਕਾ, ਬਾਕੀ ਵੇਟ ਕਰਨੀ ਪੈਣੀ ਹੈ, ਇਹਨੂੰ ਇੰਟਰਵਿਊ ਨੂੰ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਜੇ ਕੋਈ ਅਨਡਾਕੂਮੈਂਟਡ ਬੰਦਾ ਹੋਵੇ ਤਾਂ ਉਹਨੂੰ ਗ੍ਰੀਨ ਕਾਰਡ ਮਿਲਣ ਦਾ ਕੋਈ ਤਰੀਕਾ ਹੈਗਾ ਜੇ ਉਹਦੇ ਪੇਰੈਂਟ ਸਿਟੀਜ਼ਨ ਹੋਣ? ਦੇਖੋ ਡਿਪੈਂਡ ਕਰਦਾ ਐਂਟਰੀ ਕਿਵੇਂ। ਜੇ ਹੁਣ ਐਂਟਰੀ ਇਲੀਗਲ ਆ, ਜਿਹੜਾ ਬੰਦਾ ਬਾਰਡਰ ਕ੍ਰੋਸ ਕਰਕੇ ਆਇਆ, ਉਹ ਇੱਥੇ ਜੇ ਕੋਈ ਵੀ ਉਹਦੇ ਵਾਸਤੇ ਪਟੀਸ਼ਨ ਕਰੇ ਉਹਨੂੰ ਇੱਥੇ ਕੁਝ ਨਹੀਂ ਮਿਲ ਸਕਦਾ, ਆਪਣੀ ਕੰਟਰੀ ਜਾਣਾ ਪੈਣਾ। ਉੱਥੇ ਜਾ ਕੇ ਜੇ ਬਾਰ ਲੱਗਦੀ ਆ 5 ਸਾਲ ਦੀ 10 ਸਾਲ ਦੀ, ਉਹਦਾ ਵੇਵਰ ਕਰਨਾ ਪੈਂਦਾ। ਹੁਣ ਕਈ ਕੇਸਾਂ 'ਚ ਵੇਵਰ ਹੁੰਦਾ, ਕਈਆਂ 'ਚ ਨਹੀਂ ਹੁੰਦਾ। ਹਸਬੈਂਡ ਵਾਈਫ ਦੇ ਜਿਹੜੇ ਕੇਸਿਸ ਨੇ ਉਹ 'ਚ ਵੇਵਰ ਹੁੰਦਾ, ਜਾਂ ਪੇਰੈਂਟਸ ਬੱਚਿਆਂ ਲਈ ਕਰਨ ਉਹਨਾਂ 'ਚ ਵੇਵਰ ਹੁੰਦਾ। ਪਰ ਜੇ ਬੱਚਾ ਆਪਣੇ ਪੇਰੈਂਟਸ ਲਈ ਕਰੇ ਤੇ ਪੇਰੈਂਟਸ ਨੇ ਓਵਰਸਟੇ ਕੀਤਾ ਹੋਵੇ, ਤੇ ਜਾਂ ਤੁਸੀਂ ਭੈਣ ਭਰਾ ਲਈ ਕਰੋ ਤੇ ਭੈਣ ਭਰਾ ਇੱਥੇ ਰਹਿ ਕੇ ਗਏ ਹੁਣ ਓਵਰਸਟੇ ਕਰਕੇ, ਉਹ 'ਚ ਵੇਵਰ ਨਹੀਂ ਅਪਲਾਈ ਹੁੰਦਾ, ਉਹ ਵੇਵਰ ਨਹੀਂ ਲੈ ਸਕਦੇ। ਉਹਨਾਂ ਨੂੰ ਜਿੰਨਾ ਦੇਰ ਦਾ ਉੱਥੇ ਲੱਗੀ ਆ ਜਿਹੜੀ ਹੈਗੀ ਰਿਮੂਵਲ, ਚਾਹੇ 5 ਸਾਲ ਹੈ 10 ਸਾਲ ਆ, ਉਨੀ ਦੇਰ ਉੱਥੇ ਰਹਿਣਾ ਪਏਗਾ। ਅਗਲਾ ਸਵਾਲ ਹੈ ਜੀ ਕਿ ਮੈਨੂੰ ਪੁੱਛਦੇ ਨੇ ਕਿ ਸਾਡਾ ਆਫਿਸ ਹੈਗਾ ਨਿਊਯਾਰਕ ਦੇ ਵਿੱਚ, ਕਿੱਥੇ ਆ, ਮਨਹੈਟਨ ਜਾਂ ਕੁਈਨ 'ਚ? ਸਾਡਾ ਆਫਿਸ ਕੁਈਨ 'ਚ ਹੈ ਜੀ, ਤੇ ਇਹ ਆਪਣਾ ਕੁਈਨਸ ਦੇ ਵਿੱਚ ਹੈਗਾ ਤੇ ਉੱਥੇ ਰਿਚਮੰਡ ਹਿੱਲ 'ਚ ਆ ਅੱਜ ਉਹਦਾ ਆਫਿਸ ਆ। ਤੇ ਉੱਥੇ ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ। ਫੋਨ ਨੰਬਰ ਆ 7185338444 ਤੇ ਰਿਚਮੰਡ ਹਿੱਲ ਦੇ ਵਿੱਚ ਤੁਸੀਂ ਮਤਲਬ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਯੂ ਕੈਨ ਗੋ ਐਨੀ ਟਾਈਮ, ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ, ਮੰਡੇ ਟੂ ਫਰਾਈਡੇ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਕਿ ਮੈਂ ਵਰਕ ਪਰਮਿਟ ਨੂੰ 7 ਮਹੀਨੇ ਤੋਂ ਉੱਤੇ ਹੋ ਗਏ ਅਪਲਾਈ ਕੀਤੇ ਨੂੰ ਤੇ ਅਜੇ ਤੱਕ ਰਿਨੂਅਲ ਨੂੰ ਤੇ ਅਜੇ ਤੱਕ ਨਹੀਂ ਆਇਆ ਕੁਛ ਵੀ। ਦੇਖੋ ਇਸ ਤਰ੍ਹਾਂ ਇਹਨੂੰ ਅੱਜ ਕੱਲ੍ਹ 10 ਤੋਂ 12 ਮਹੀਨੇ ਲੱਗ ਰਹੇ ਆ। ਇਹਦੇ ਬਾਰੇ ਮੈਂ ਖਬਰ ਸੁਣਾ ਕੇ ਹਟਿਆ ਕਿ ਇਹ ਜਿਹੜਾ ਸਰਕਾਰ 'ਤੇ ਕੇਸ ਕੀਤਾ ਗਿਆ ASAP ਵੱਲੋਂ ਕਿ ਇਹ ਜਿਹੜੇ ਇੰਨੀ ਦੇਰ ਲੱਗ ਰਹੀ ਹੈ ਗਲਤ ਹੈਗੀ ਆ, ਕਿਉਂਕਿ ਇਹਦੇ ਨਾਲ ਕਾਫੀ ਲੋਕਾਂ ਦੇ ਜਿਹੜੇ ਡਰਾਈਵਰ ਲਾਇਸੈਂਸਿਸ ਐਕਸਪਾਇਰ ਹੋ ਜਾਂਦੇ, ਜੋਬਾਂ ਚਲੇ ਜਾਂਦੀਆਂ ਨੇ, ਫਾਇਰ ਹੋ ਜਾਂਦੇ ਆ, ਤੇ ਉੱਤੋਂ ਇਕੋਨਮੀ ਨੂੰ ਬੰਦਿਆਂ ਦੀ ਲੋੜ ਆ। ਸੋ ਇਸ ਕਰਕੇ ਇਹ ਹੁਣ ਦੇਖੋ ਕੀ ਉਹਦਾ ਹੁਣ ਕੇਸ ਫੈਸਲਾ ਹੁੰਦਾ, ਤਾਂ ਉਮੀਦ ਤਾਂ ਹੈਗੀ ਵੀ ਥੋੜ੍ਹਾ ਟਾਈਮ ਘੱਟ ਹੋਏਗਾ। ਅਗਲਾ ਸਵਾਲ ਹੈ ਜੀ ਕਿ ਮੇਰੀ ਫੈਮਿਲੀ ਬੇਸ ਜਿਹੜੀ ਪਟੀਸ਼ਨ I-730 ਇਹ ਅਪਰੂਵ ਹੋਈ ਸੀ ਦਿੱਲੀ ਐਮਬੈਸੀ ਨੂੰ, ਸਾਰੇ ਪੇਪਰ ਸਬਮਿਟ ਹੋ ਗਏ ਆ ਤੇ ਉਹਨਾਂ ਨੇ ਸਿਵਲ ਡਾਕੂਮੈਂਟ ਜਿਹੜੇ ਮੰਗੇ ਸੀਗੇ ਤੇ ਉਹ ਵੀ ਸਬਮਿਟ ਕਰਤੇ। ਉਹਨਾਂ ਨੇ ਕਿਹਾ ਇੰਟਰਵਿਊ ਬਾਰੇ ਦੱਸਾਂਗੇ, ਪਰ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਦੇਖੋ ਇਹਨੂੰ ਟਾਈਮ ਲੱਗ ਰਿਹਾ। ਗੱਲ ਇਹ ਹੈਗੀ ਆ ਕਿ ਇਸ ਕੇਸ ਦੇ ਵਿੱਚ ਜਿਹੜੀਆਂ ਇੰਟਰਵਿਊ ਸੀਗੀਆਂ ਪਿੱਛੇ ਹੋਣੀਆਂ ਸੀ ਉਹ ਕੈਂਸਲ ਕਰਤੀਆਂ ਐਮਬੈਸੀ ਨੇ। ਸੋ ਉਹ ਸਾਰੇ ਕੇਸਾਂ 'ਚ ਟਾਈਮ ਲਾ ਰਹੇ। ਜਿਹੜੇ US ਸਿਟੀਜ਼ਨ ਦੇ ਕੇਸ ਹੈਗੇ ਬੱਚਿਆਂ ਦੇ, ਜਾਂ ਹਸਬੈਂਡ ਵਾਈਫ 21 ਸਾਲ ਤੋਂ ਘੱਟ ਬੱਚਿਆਂ ਦੇ, ਉਹਨੂੰ ਵੀ ਟਾਈਮ ਲੱਗ ਰਿਹਾ। ਜਿਹੜੇ ਮਾਂ-ਬਾਪ ਦੇ ਕੇਸ ਆ ਉਹਨੂੰ ਵੀ ਟਾਈਮ ਲੱਗ ਰਿਹਾ। ਜਿਹੜੇ ਸਪਾਊਸਿਸ ਦੇ ਕੇਸ ਹੈਗੇ ਸਿਟੀਜ਼ਨ ਦੇ, ਜਾਂ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਦੇ ਕੇਸ, ਉਹਨਾਂ ਨੂੰ ਵੀ ਟਾਈਮ ਲੱਗ ਰਿਹਾ। ਉਹਦੇ ਨਾਲ ਜਿਹੜੇ ਭਰਾ ਭੈਣ ਦੀ ਕੈਟੇਗਰੀ ਆ ਉਹ ਵੀ ਕਾਫੀ ਡਿਲੇ ਆ। ਤੇ ਇੱਧਰੋਂ ਜਿਹੜੀ I-730 ਅਸੈਲਮ ਦੀ ਪਟੀਸ਼ਨ ਦੀ ਹੈਗੀ ਆ, ਇਹ ਵੀ ਡਿਲੇ ਆ। ਸੋ ਡਿਲੇ ਆ, ਵੇਟ ਕਰਨੀ ਚਾਹੀਦੀ ਆ ਤੇ ਇਹਦੀ ਅਜੇ ਵੇਟ ਕਰੋ। ਅਗਲਾ ਸਵਾਲ ਹੈ ਜੀ ਕਿ ਅਸੀਂ ਵਿਆਹ ਦਾ ਕੇਸ ਕੀਤਾ ਸੀ ਫਰਵਰੀ 2021 ਦੇ, ਸਾਰੇ ਡਾਕੂਮੈਂਟ ਕੁਆਲੀਫਾਈ ਹੋ ਗਏ, ਇੰਟਰਵਿਊ ਨਹੀਂ ਆਈ। ਹਾਂਜੀ ਸੇਮ ਸਿਚੁਏਸ਼ਨ, ਕਿਉਂਕਿ ਜਿਹੜੇ ਵਿਆਹ ਦੇ ਕੇਸ ਨੇ ਜਿਹੜੇ US ਸਿਟੀਜ਼ਨ ਨਾਲ ਵਿਆਹ ਹੋਇਆ ਉਹ ਥੋੜ੍ਹਾ ਜਿਹਾ ਫਾਸਟ ਹੈਗਾ, ਪਰ ਜਿਹੜਾ ਗ੍ਰੀਨ ਕਾਰਡ ਹੋਲਡਰ ਉਹਦਾ ਬਹੁਤ ਸਲੋ ਆ। ਤੇ ਲੇਕਿਨ ਅਜੇ ਇੰਟਰਵਿਊਆਂ ਨਹੀਂ ਆ ਰਹੀਆਂ। ਪਿਛਲੇ 2-3 ਮਹੀਨੇ ਤੋਂ ਇੰਟਰਵਿਊਆਂ ਦਾ ਕੰਮ ਬਹੁਤ ਸਲੋ ਰਿਹਾ, ਜਿਹਦੇ ਕਰਕੇ ਇੱਕ ਸਾਰਾ ਬੈਕਲੌਗ ਆ। ਤੇ ਹੁਣ ਦੇਖੋ ਕਿਵੇਂ ਤੇਜ਼ ਕਰਦੇ, ਕੀ ਹੁੰਦਾ ਇਹਦਾ ਟਾਈਮ ਦੱਸੇਗਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਉਹ ਕਹਿੰਦੇ ਵੀ 7 ਵਾਰੀ ਵੀਜ਼ਾ ਅਪਲਾਈ ਕਰ ਚੁੱਕਾ, ਮੈਨੂੰ ਵੀਜ਼ਾ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਮੈਂ ਇੱਥੇ ਆਇਆ ਤੇ ਮੈਨੂੰ ਉਹਨਾਂ ਨੇ ਇੱਥੋਂ ਡਿਪੋਰਟ ਕਰਤਾ
ਤੇ ਕੀ ਮੈਂ ਵੀਜ਼ਾ ਲੈ ਸਕਦਾ। ਦੇਖੋ ਜੇ ਤੁਸੀਂ ਇੱਕ ਵਾਰ ਡਿਪੋਰਟ ਹੋ ਗਏ ਤੁਸੀਂ ਵੀਜ਼ਾ ਨਹੀਂ ਲੈ ਸਕਦੇ, ਕਿਉਂਕਿ ਵੀਜ਼ਾ ਤੁਹਾਨੂੰ ਰਿਫਿਊਜ਼ ਹੋਏਗਾ। ਜੇ ਉਹਦੀ ਡਿਪੋਰਟ ਹੋ ਜਾਂਦੇ ਤੁਹਾਡੇ ਤੇ ਬਾਹਰ ਲੱਗ ਜਾਂਦੀ ਹੈ 5 ਸਾਲ ਦੀ 10 ਸਾਲ ਦੀ। ਸੋ ਉਹਦੇ ਇੱਕ ਵਾਰ ਉਹਨਾਂ ਨੂੰ ਪਤਾ ਤੁਹਾਡੀ ਹਿਸਟਰੀ ਇੱਦਾਂ ਦੀ ਹੈ ਵੀ ਤੁਸੀਂ ਅਮਰੀਕਾ ਰਹਿਣਾ ਚਾਹੁੰਦੇ ਹੋ, ਤੁਸੀਂ ਮੁੜਨਾ ਨਹੀਂ ਵਾਪਸ। ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਉਹਦੀ ਇੱਕੋ ਹੀ ਸ਼ਰਤ ਹੁੰਦੀ ਹੈ ਵੀ ਬੰਦਾ ਆ ਕੇ ਵਾਪਸ ਮੁੜੇ। ਸੋ ਹੋ ਸਕਦਾ ਤੁਹਾਨੂੰ ਵੀਜ਼ਾ ਉਹ ਨਾ ਦੇਣ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਮੇਰੀ ਵਾਈਫ ਦੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਉਹਨਾਂ ਦੇ ਸਰਨੇਮ ਲੱਗਿਆ ਹੋਇਆ, ਪਰ ਬਰਥ ਸਰਟੀਫਿਕੇਟ 'ਤੇ ਨਹੀਂ ਲੱਗਿਆ, ਅਤੇ ਬਰਥ ਸਰਟੀਫਿਕੇਟ 'ਤੇ ਜਿਹੜਾ ਸਰਨੇਮ ਹੈ ਉਹ ਨਹੀਂ ਲੱਗ ਸਕਦਾ। ਅਤੇ ਹੁਣ ਤੁਸੀਂ ਤੁਹਾਡੇ ਕੋਲ ਇਹੀ ਹੱਲ ਹੈ ਜੀ ਕਿ ਤੁਸੀਂ ਜਿਹੜੇ ਦੋਨੇ ਨਾਂ ਉਹਨਾਂ ਦੇ ਉਹਦੇ ਵਿੱਚ ਪਾਓ, ਕਿਉਂਕਿ ਇੱਕ ਖਾਨਾ ਹੁੰਦਾ ਕਿ ਹੋਰ ਨੇਮ ਕੋਈ ਯੂਜ਼ ਕੀਤਾ, ਉਹ ਤੁਸੀਂ ਜਿਹੜਾ ਸਰਨੇਮ ਤੋਂ ਬਿਨਾਂ ਨਾਂ ਹੈਗਾ ਉਹ ਵੀ ਪਾਓ, ਸਰਨੇਮ ਵਾਲਾ ਵੀ ਪਾਓ। ਉਹਨਾਂ ਨੂੰ ਦੱਸੋ ਵੀ ਸਰਨੇਮ ਅਸੀਂ ਬਾਅਦ 'ਚ ਐਡ ਕੀਤਾ ਜਦੋਂ ਸਕੂਲ 'ਚ ਗਏ ਆ ਜਾਂ ਉਸ ਤੋਂ ਬਾਅਦ, ਤਾਂ ਉਹ ਸਮਝ ਜਾਣਗੇ, ਦਾ ਮਸਲਾ ਹੱਲ ਹੋ ਜਾਏਗਾ। ਆਪਣਾ ਉਹਨੂੰ ਇਨਫੋਰਮ ਕਰ ਦਿਓ ਕਿ ਇਹ ਸਿਚੁਏਸ਼ਨ ਹੈਗੀ ਆ। ਜਿਹੜਾ ਪਹਿਲਾ ਬਰਥ ਸਰਟੀਫਿਕੇਟ ਸਰਨੇਮ ਨਹੀਂ ਆ ਉਹ ਵੀ ਭੇਜੋ, ਜਿਹੜੇ ਸਾਰੇ ਡਾਕੂਮੈਂਟ ਦੇ ਉੱਤੇ ਸਰਨੇਮ ਲੱਗਿਆ ਹੋਇਆ ਉਹ ਵੀ ਭੇਜੋ ਨਾਲ। ਉਹਨਾਂ ਲੈਟਰ ਲਿਖ ਕੇ ਉਹਨਾਂ ਨੂੰ ਪਾ ਦਿਓ ਅਤੇ ਉਹ ਉਹਦੇ 'ਚ ਉਹਨੂੰ ਐਡਜਸਟ ਕਰ ਦੇਣਗੇ ਅਕੋਰਡਿੰਗਲੀ। ਅਗਲਾ ਸਵਾਲ ਹੈ ਜੀ ਕਿ I-730 ਵਾਸਤੇ ਉਹ ਕਹਿੰਦੇ ਨੇ ਬਾਇਓਲੋਜੀਕਲ ਚਾਈਲਡ ਹੋਣਾ ਚਾਹੀਦਾ, ਅਤੇ ਜੇ ਅਪਲਾਈ ਕਰਨਾ ਕਿੰਨੇ ਕੁ ਚਾਂਸ ਨੇ। I-730 ਸੈਲੀ ਰਿਲੇਟਿਵ ਜਿਹੜੀ ਪਟੀਸ਼ਨ ਹੈਗੀ, ਜੇ ਕਿਸੇ ਦਾ ਅਸਾਈਲਮ ਪਾਸ ਹੋ ਜਾਂਦਾ ਤਾਂ ਉਹਦਾ ਅਪਲਾਈ ਹੁੰਦਾ, ਉਹਦੇ ਬੱਚਿਆਂ ਦਾ ਜਾਂ 21 ਸਾਲ ਤੋਂ ਘੱਟ ਜਿਹੜੇ ਬੱਚੇ ਜਾਂ ਉਹਦੇ ਪੇਰੈਂਟਸ ਤਾਂ ਨਹੀਂ ਇਹ ਚਾਹੁੰਦੇ, ਸਿਰਫ ਹਸਬੈਂਡ ਵਾਈਫ ਦਾ ਕੇਸ ਹੀ ਆ। ਅਤੇ ਇਹਦੇ 'ਚ ਨਾ ਜਿਹੜਾ ਅਸਾਈਲੀ ਜਿਹਨੂੰ ਅਸਾਈਲਮ ਮਿਲਿਆ ਉਹ ਆਪਣੇ ਭੈਣ ਭਰਾ ਲਈ ਕਰ ਸਕਦਾ, ਨਾ ਹੀ ਉਹ ਆਪਣੇ ਮਾਂ ਬਾਪ ਲਈ ਕਰ ਸਕਦਾ। ਅਸਾਈਲਮ ਵਾਲਾ ਸਿਰਫ ਅਤੇ ਸਿਰਫ ਆਪਣੇ ਹਸਬੈਂਡ ਵਾਈਫ ਅਤੇ 21 ਸਾਲ ਤੋਂ ਘੱਟ ਬੱਚਿਆਂ ਲਈ ਇਹ ਅਪਲਾਈ ਕਰ ਸਕਦਾ, ਅਤੇ ਬੱਚੇ ਉਹਦੇ ਅਸਲੀ ਹੋਣੇ ਚਾਹੀਦੇ। ਜੇ ਉਹਦੇ ਬਾਇਓਲੋਜੀਕਲ ਜਿਹੜੇ ਚਿਲਡਰਨ ਨਹੀਂ ਹੈਗੇ ਤਾਂ ਉਹ ਉਹਨਾਂ ਦਾ ਨਹੀਂ ਕਰ ਸਕਦਾ, ਆਪਣੇ ਅਸਲੀ ਬੱਚਿਆਂ ਦਾ ਕਰ ਸਕਦਾ। ਅੱਜ ਕੱਲ੍ਹ ਇਹਨੂੰ ਤਕਰੀਬਨ 2-2.5 ਸਾਲ ਲੱਗ ਰਹੇ ਆ। ਅਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ ਸਾਡਾ ਜਿਹੜਾ ਹੈਗਾ ਅਸਾਈਲਮ ਕੇਸ ਦੇ ਉੱਤੇ ਜੇ ਕੁੱਟਮਾਰ ਹੋਈ ਆ ਤਾਂ ਕੀ ਉਹਦੀ ਕੋਈ ਪੁਲਿਸ ਰਿਪੋਰਟ ਜ਼ਰੂਰੀ ਆ ਕਿ ਨਹੀਂ। ਇਹ ਡਿਪੈਂਡ ਕਰਦਾ ਜੀ, ਜੇ ਤਾਂ ਪੁਲਿਸ ਰਿਪੋਰਟ ਹੈਗੀ ਤਾਂ ਠੀਕ ਹੈ, ਪਰ ਇਹ ਹੁੰਦਾ ਵੀ ਕਈ ਵਾਰੀ ਕਈ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਵੇਂ ਇੰਡੀਆ ਜਾਂ ਹੋਰਾਂ 'ਚ ਉਹਨਾਂ 'ਚ ਪੁਲਿਸ ਰਿਪੋਰਟ ਜਿਹੜੀ ਪੁਲਿਸ ਨਹੀਂ ਬਣਾਉਂਦੀ, ਖਾਸ ਕਰਕੇ ਜੇ ਪੁਲਿਸ ਹੀ ਕੁੱਟਮਾਰ ਕਿਸੇ ਦੇ ਕਰਦੀ ਹੈ ਜਾਂ ਕਿਸੇ ਨੂੰ ਇੰਟੈਰੋਗੇਟ ਕਰਦੇ ਆ, ਟੌਰਚਰ ਕਰਦੇ ਆ, ਉਹਦੀ ਕੋਈ ਪੁਲਿਸ ਰਿਪੋਰਟ ਨਹੀਂ ਹੁੰਦੀ। ਸੋ ਇਹਨਾਂ ਜਿਹੜੀਆਂ ਕੋਰਟਾਂ ਹੈਗੀਆਂ ਇਹਨਾਂ ਨੂੰ ਪਤਾ ਆ ਕਿ ਪੁਲਿਸ ਰਿਪੋਰਟ ਉਹਨਾਂ ਮੁਲਕਾਂ 'ਚ ਨਹੀਂ ਹੁੰਦੀ, ਉਹ 'ਚ ਕੋਈ ਲੋੜ ਨਹੀਂ ਹੈਗੀ, ਉਹ 'ਚ ਐਫੀਡੇਵਿਟ ਵਗੈਰਾ ਜਾਂ ਕੋਈ ਤੁਹਾਡੀ ਮੈਡੀਕਲ ਰਿਪੋਰਟ ਹੋਵੇ ਡਾਕਟਰ ਦੀ ਉਹ ਚੱਲ ਜਾਂਦੀ ਹੈ। ਅਗਲਾ ਸਵਾਲ ਹੈ ਜੀ ਕਿ F2B ਪ੍ਰਾਇਓਰਟੀ ਡੇਟ ਉਹ ਕਹਿੰਦੇ 1 ਸਤੰਬਰ 2016 ਦੀ ਸਾਡੀ ਅਪਰੂਵਲ ਆਈ ਆ, ਪੇਪਰ ਅਸੀਂ ਭੇਜਤੇ ਸੀਗੇ, ਅਤੇ ਹੁਣ ਦੱਸੋ ਵੀ ਇਹ 'ਚ ਕਿੰਨਾ ਟਾਈਮ ਲੱਗ ਰਿਹਾ। ਦੇਖੋ ਜਿਹੜਾ ਵੀਜ਼ਾ ਬੁਲੇਟਿਨ ਹੈਗਾ ਨਵੰਬਰ ਦਾ, ਉਹਦੇ 'ਚ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਸਾਰਾ ਜਿਹੜਾ ਹੈਗਾ ਉਹ ਪੜ੍ਹ ਕੇ ਸੁਣਾਇਆ ਸੀਗਾ, ਅਤੇ ਇਹਦੇ ਵਿੱਚ ਜਿਹੜੀ ਹੁਣ ਚੱਲ ਰਿਹਾ ਬੇਸਿਕਲੀ ਉਹ F4 ਕੈਟੇਗਰੀ 'ਚ ਚੱਲ ਰਿਹਾ ਸੀਗਾ ਜੀ ਇੰਡੀਆ ਦਾ 15 ਸਤੰਬਰ 2005, F3 ਕੈਟੇਗਰੀ ਚੱਲ ਰਿਹਾ 22 ਨਵੰਬਰ 2008, F2B ਚੱਲ ਰਿਹਾ ਜੀ 22 ਸਤੰਬਰ 2015, F2A ਕਰੰਟ ਹੈ, F1 ਚੱਲ ਰਿਹਾ 1 ਦਸੰਬਰ 2014, ਅਤੇ ਤੁਹਾਡੀ F2B ਦੀ ਹੈਗੀ ਆ ਡੇਟ 1 ਸਤੰਬਰ 2016। ਉੱਥੇ ਚੱਲ ਰਿਹਾ ਜੀ ਅਜੇ 22 ਸਤੰਬਰ 2015। ਤੁਹਾਨੂੰ ਟਾਈਮ ਲੱਗੂਗਾ ਜੀ, ਅਜੇ ਤੁਹਾਨੂੰ ਹੋ ਸਕਦਾ ਸਾਲ ਲੱਗ ਜਾਵੇ ਹੋਰ, ਅਤੇ ਕਿਉਂਕਿ ਤੁਹਾਡੀ ਅਜੇ ਜਿਹੜੀ ਡੇਟ ਆ ਉਦੋਂ ਤੱਕ ਇਹ ਪਹੁੰਚੇ ਹੀ ਨਹੀਂ, ਸੋ ਇਹਨੂੰ ਟਾਈਮ ਲੱਗ ਸਕਦਾ। ਅਤੇ ਅਗਲਾ ਸਵਾਲ ਹੈ ਜੀ ਕਿ F1 ਵੀਜ਼ੇ ਦੇ ਬਾਰੇ ਦੱਸੋ ਕਿ ਉਹਦੀ ਐਂਟਰੀ ਮਿਲਦੀ ਹੈ ਕਿ ਨਹੀਂ। ਹਾਂਜੀ, ਜੇ ਤੁਹਾਡੇ ਵੀਜ਼ਾ ਲੱਗਿਆ ਹੋਇਆ ਤੁਸੀਂ ਪੜ੍ਹਨ ਵਾਸਤੇ, F1 ਬੇਸਿਕਲੀ ਸਟੂਡੈਂਟ ਵੀਜ਼ਾ ਹੁੰਦਾ, ਤੁਸੀਂ ਪੜ੍ਹਨ ਲਈ ਆ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਉਹਦੀ ਜਿਹੜੀ ਐਂਟਰੀ ਮਿਲੇਗੀ। ਜੇ ਨਹੀਂ ਲੱਗਿਆ ਤਾਂ ਤੁਸੀਂ ਇੱਥੋਂ I-20 ਫਾਰਮ ਲੈ ਕੇ ਸਪੋਂਸਰਸ਼ਿਪ ਲੈ ਕੇ ਕਿਸੇ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਜੇ ਉਹਨਾਂ ਨੂੰ ਲੱਗੇ ਐਮਬੈਸੀ ਨੂੰ ਵੀ ਤੁਸੀਂ ਜੈਨੂਇਨ ਸਟੂਡੈਂਟ ਹੈਗੇ ਹੋ, ਤੁਹਾਨੂੰ ਦੇ ਸਕਦੇ ਆ ਉਹ। ਅਗਲਾ ਸਵਾਲ ਹੈ ਜੀ ਕਿ ਮੇਰੇ ਹਸਬੈਂਡ US ਗ੍ਰੀਨ ਕਾਰਡ ਹੋਲਡਰ ਨੇ, ਮੇਰਾ ਕੇਸ NVC ਕੋਲ 2020 ਜਨਵਰੀ 'ਚ ਲਾਇਆ ਸੀ, ਉਸ ਤੋਂ ਬਾਅਦ ਇੰਟਰਵਿਊ ਸਕੈਜੂਲ ਨਹੀਂ ਹੋਈ। ਗ੍ਰੀਨ ਕਾਰਡ ਹੋਲਡਰ ਨੂੰ ਕਿੰਨਾ ਟਾਈਮ ਲੱਗ ਰਿਹਾ। ਕਾਫੀ ਟਾਈਮ ਲੱਗ ਰਿਹਾ ਜੀ। ਹੈ ਤਾਂ ਕਰੰਟ ਆ, ਪਰ ਕਰੰਟ ਦਾ ਮਤਲਬ ਇਹ ਨਹੀਂ ਆ ਵੀ ਇੱਕਦਮ ਵੀਜ਼ੇ ਦੇਈ ਜਾਂਦੇ ਨੇ, ਇਹਨੂੰ ਕਾਫੀ ਟਾਈਮ ਲੱਗ ਰਿਹਾ। ਹੁਣ ਤਾਂ ਪਿੱਛੇ 3-4 ਮਹੀਨੇ ਤੋਂ ਇੰਟਰਵਿਊਜ਼ ਬਹੁਤ ਘੱਟ ਹੋਈਆਂ, ਅਤੇ ਅਜੇ ਹੋਰ 6 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, ਕਿਉਂਕਿ 2-2 ਮਹੀਨੇ ਦਾ ਲੈਟਰ ਦੇ ਰਹੇ ਸਾਰਿਆਂ ਨੂੰ 60 ਡੇਜ਼ ਨੋਟਿਸ। ਸੋ ਟਾਈਮ ਲੱਗ ਰਿਹਾ, ਇਹਨੂੰ ਹੋਰ ਵੀ ਟਾਈਮ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਸਰ ਮੇਰਾ ਵੀਜ਼ਾ 9 ਮਹੀਨੇ ਦਾ ਰਹਿ ਗਿਆ USA, ਮੈਨੂੰ ਆਉਣ 'ਚ ਕੋਈ ਐਂਟਰੀ ਦੀ ਪ੍ਰੋਬਲਮ ਤਾਂ ਨਹੀਂ ਹੋਏਗੀ। ਨਹੀਂ ਜੀ, ਤੁਸੀਂ ਹੁਣ ਕਿਉਂਕਿ ਖੁੱਲ੍ਹ ਗਿਆ ਜੀ, ਤੁਸੀਂ ਅਮਰੀਕਾ ਆ ਸਕਦੇ ਹੋ। ਨਵੰਬਰ ਤੋਂ ਮੈਂ ਦੱਸਿਆ ਸੀ ਲਾਸਟ ਵੀਕ ਕਿ ਖੁੱਲ੍ਹ ਗਿਆ ਆਲਰੇਡੀ।
ਤੇ ਤੁਸੀਂ ਜੇ ਹੁਣ ਆਓ ਤਾਂ 9 ਮਹੀਨੇ ਦਾ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਸੋ ਤੁਸੀਂ ਹੁਣ ਜੇ ਆ ਜਾਓ ਤਾਂ ਤੁਸੀਂ ਆ ਸਕਦੇ ਹੋ। ਅਗਲਾ ਹੈਗਾ ਜੀ ਕਿ ਮੇਰੀ ਵਾਈਫ ਨੇ ਮੇਰਾ ਕੇਸ ਲਗਾਇਆ 2 ਨਵੰਬਰ 2020 'ਚ, ਪਰ ਅਜੇ ਤੱਕ I-130 ਦੀ ਅਪਰੂਵਲ ਨਹੀਂ ਆਈ। ਤੇ ਮੇਰੀ ਵਾਈਫ ਕੋਲ ਉਦੋਂ ਗ੍ਰੀਨ ਕਾਰਡ ਹੋਲਡਰ ਸੀ ਤੇ ਹੁਣ ਉਹ ਸਿਟੀਜ਼ਨ ਨੇ। ਇਹਦੇ ਬਾਰੇ ਤੁਹਾਨੂੰ ਇਨਫੋਰਮ ਕਰਨਾ ਪੈਣਾ ਜੀ ਇਮੀਗ੍ਰੇਸ਼ਨ ਨੂੰ। ਤੁਸੀਂ ਉਹਨਾਂ ਨੂੰ ਇਨਫੋਰਮ ਕਰੋ, ਉਹਨਾਂ ਨਾਲ ਤੁਸੀਂ ਜਿਹੜਾ ਹੈਗਾ ਇਨਕੁਆਇਰੀ ਪਾਓ, ਕਿਉਂਕਿ ਉਹਨਾਂ ਨੂੰ ਦੱਸ ਦਿਓ ਵੀ ਉਹ ਸਿਟੀਜ਼ਨ ਬਣ ਗਏ ਆ ਅਤੇ ਉਹਨਾਂ ਦਾ ਸਰਟੀਫਿਕੇਟ ਜਿਹੜਾ ਹੈਗਾ ਨੈਚੁਰਲਾਈਜੇਸ਼ਨ ਦਾ ਉਹਦੀ ਕਾਪੀ ਉਹਨਾਂ ਨੂੰ ਭੇਜੋ ਅਤੇ ਉਹਦੇ ਨਾਲ ਫਿਰ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹ ਕਰਨਗੇ। ਪਰ ਇਹਨੂੰ ਟਾਈਮ ਤਾਂ ਲੱਗ ਰਿਹਾ, ਡਿਲੇ ਕਾਫੀ ਜ਼ਿਆਦਾ। ਇਹਦੇ ਕਈ ਕਾਰਨ ਨੇ। ਇੱਕ ਤਾਂ ਜਿਹੜਾ ਪਿੱਛੇ ਬੈਕਲੌਗ ਸਾਰਾ ਹੋਇਆ, ਜਿਹੜੇ ਹਾਲਾਤ ਸੀ ਉਹਦੇ ਕਰਕੇ। ਇੱਕ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਵੀ ਕਾਫੀ ਜ਼ਿਆਦਾ ਜਿਹੜੀਆਂ ਸਲੋਅ ਕੀਤੀਆਂ ਚੀਜ਼ਾਂ, ਉਹਦੇ ਕਰਕੇ ਹੁਣ ਤੱਕ ਉਹ ਜਿਹੜਾ ਸਾਰਾ ਸਲੋਅ ਚੱਲ ਰਿਹਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਵੀ ਅਸਾਈਲਮ ਅਪਲਾਈ ਕਰਨ ਵਾਸਤੇ ਵਿਜ਼ਟਰ ਵੀਜ਼ੇ 'ਤੇ ਆਉਣਾ ਠੀਕ ਆ ਕਿ ਬਾਰਡਰ ਰਾਹੀਂ। ਦੇਖੋ ਅਸਾਈਲਮ ਤਾਂ ਕੋਈ ਵੀ ਅਪਲਾਈ ਕਰ ਸਕਦਾ, ਜਿਹੜਾ ਵਿਜ਼ਟਰ ਵੀਜ਼ੇ 'ਤੇ ਆਇਆ ਉਹ ਵੀ ਕਰ ਸਕਦਾ, ਜਿਹੜਾ ਬਾਰਡਰ ਕ੍ਰੋਸ ਕਰਕੇ ਆਉਂਦਾ ਉਹ ਵੀ ਕਰ ਸਕਦਾ। ਪਰ ਇੱਥੇ ਕੁਐਸਚਨ ਇਹ ਆ ਕਿ ਅਸਾਈਲਮ ਦਾ ਜਿਹੜਾ ਕੇਸ ਸਾਡੇ 5 ਗਰਾਊਂਡ ਨੇ ਅਸਾਈਲਮ ਦੇ, ਉਹਨਾਂ ਦੇ ਵਿੱਚ ਹੋਣਾ ਚਾਹੀਦਾ। ਅਤੇ ਦੂਸਰਾ ਕੇਸ ਜੈਨੂਇਨ ਹੋਣਾ ਚਾਹੀਦਾ। ਉਹ ਜਿਹਾ ਨਾ ਹੋਵੇ ਵੀ ਉੱਦਾਂ ਰਹਿਣ ਲਈ ਅਸਾਈਲਮ ਕਰਤਾ, ਉਹ ਗਲਤ ਆ। ਤੁਸੀਂ ਅਸਾਈਲਮ ਜੇ ਕਰਨਾ ਤਾਂ ਜੇ ਸਹੀ ਕੇਸ ਆ, ਤੁਹਾਨੂੰ ਕੋਈ ਪ੍ਰੋਬਲਮ ਸਹੀ ਹੈਗੀ ਤਾਂ ਕਰੋ। ਅਤੇ 5 ਉਹਦੇ ਗਰਾਊਂਡ ਨੇ, ਉਹਨਾਂ ਦੇ ਵਿੱਚ ਹੋਣਾ ਚਾਹੀਦਾ। ਅਤੇ ਉਹਦੇ ਵਾਸਤੇ ਵੀਜ਼ੇ ਵਾਲਾ ਵੀ ਕਰ ਸਕਦਾ, ਜਿਹੜਾ ਵੀਜ਼ੇ ਤੋਂ ਬਿਨਾਂ ਆਉਂਦਾ ਉਹ ਵੀ ਕਰ ਸਕਦਾ। 6 ਮਹੀਨੇ ਤੋਂ ਬਾਅਦ ਜੇ ASAP ਦੀ ਮੈਂਬਰਸ਼ਿਪ ਹੈਗੀ ਆ, ਉੱਤੇ ਵਰਕ ਪਰਮਿਟ ਅਪਲਾਈ ਕਰੋ, ਆ ਜਾਂਦਾ। ਜਿਹੜਾ ਫਸਟ ਵਰਕ ਪਰਮਿਟ ਆ ਉਹ ਤਾਂ 2 ਮਹੀਨੇ ਦੇ ਵਿੱਚ ਆ ਜਾਂਦਾ, ਕਈਆਂ ਦਾ ਮਹੀਨੇ 'ਚ ਵੀ ਆ ਜਾਂਦਾ। ਜਦੋਂ ਆਪਾਂ ਰਿਨਿਊ ਕਰਾਉਂਦੇ ਹਾਂ ਇਹਨੂੰ 2 ਸਾਲਾਂ ਬਾਅਦ, ਉਹਨੂੰ ਅੱਜ ਕੱਲ੍ਹ 10 ਤੋਂ 12 ਮਹੀਨੇ ਲੱਗ ਰਹੇ ਆ, ਜਿਹਦੇ ਕਰਕੇ ਮੈਂ ਦੱਸ ਕੇ ਹਟਿਆ ਵੀ ਕੇਸ ਹੋਇਆ ਗੌਰਮੈਂਟ 'ਤੇ ਅਤੇ ਉਹਨਾਂ ਦੀ ਜਿਹੜੀ ਹੈਗੀ ਆ ਕੋਸ਼ਿਸ਼ ਹੈਗੀ ਸਾਰਿਆਂ ਦੀ ਵੀ ਜਿੰਨੀ ਛੇਤੀ ਹੋ ਸਕੇ, ਕੋਈ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ। ਅਗਲਾ ਸਵਾਲ ਹੈ ਜੀ ਕਿ F3 ਕੈਟੇਗਰੀ। ਉਹ ਕਹਿੰਦੇ ਆ ਵੀ ਸਾਡਾ ਕੇਸ ਜਿਹੜਾ ਹੈਗਾ ਉਹ ਅਪਲਾਈ ਹੋਇਆ ਸੀਗਾ ਨਵੰਬਰ 2007 'ਚ, ਅਤੇ ਉਸ ਤੋਂ ਬਾਅਦ ਇੰਟਰਵਿਊ ਕਦੋਂ ਆ ਸਕਦੀ ਹੈ। F3 ਦੇ ਵਿੱਚ ਤਾਂ ਹੁਣ ਨਵੰਬਰ 2008 ਚੱਲ ਰਿਹਾ। ਸੋ ਤੁਹਾਡੇ ਸਾਰੇ ਡਾਕੂਮੈਂਟੇਸ਼ਨ ਜਿਹੜੀ ਹੈਗੀ ਅਪਰੂਵ ਹੋ ਕੇ ਚਲੀ ਗਈ ਆ ਅੰਬੈਸੀ ਦੇ ਵਿੱਚ, ਅਤੇ ਇੰਟਰਵਿਊ ਤਾਂ ਹੁਣ ਮਤਲਬ ਕਦੇ ਵੀ ਆ ਸਕਦੀ ਹੈ, ਪਰ ਅੱਜ ਕੱਲ੍ਹ ਸਲੋਅ ਆ, ਹੋ ਸਕਦਾ 2-3 ਮਹੀਨੇ ਲੱਗ ਜਾਣ, ਜ਼ਿਆਦਾ ਵੀ ਲੱਗ ਸਕਦੇ ਆ। ਅਤੇ ਅਗਲਾ ਸਵਾਲ ਹੈ ਜੀ ਕਿ ਮੇਰਾ ਉਹ ਕਹਿੰਦੇ ਨੇ ਕਿ ਹੋਮਲੈਂਡ ਸਿਕਿਉਰਿਟੀ ਦੇ ਕੋਲ ਕੇਸ 2018 ਦਾ ਹੈਗਾ, ਅਜੇ ਤੱਕ ਕੇਸ ਇੰਟਰਵਿਊ ਦੀ ਡੇਟ ਨਹੀਂ ਆਈ। ਅਸਾਈਲਮ ਦੇ ਕੇਸ ਦੀ ਗੱਲ ਕਰ ਰਹੇ ਆ ਮੇਰਾ ਖਿਆਲ। ਅਤੇ ਇਹਦੇ 'ਚ ਇਹ ਆ ਵੀ ਹੁਣ ਡੇਟਾਂ ਕਢਾ ਸਕਦੇ ਹੋ, ਪਹਿਲਾਂ ਨਹੀਂ ਸੀ ਇਹ ਸਰਕਾਰ ਕੱਢਦੀ, ਪਰ ਹੁਣ ਜਿਹੜੀ ਨਵੀਂ ਸਰਕਾਰ ਨੇ ਕਿਹਾ ਵੀ ਤੁਸੀਂ ਡੇਟਾਂ ਜਿਹੜੀਆਂ ਕਢਾ ਸਕਦੇ ਹੋ। ਅਤੇ ਅਗਲਾ ਸਵਾਲ ਹੈ ਜੀ ਕਿ B1 B2 ਬਾਰੇ ਦੱਸੋ। ਦੇਖੋ B1 B2 ਬਾਰੇ ਹੁਣ ਖੁੱਲ੍ਹ ਗਿਆ ਨਵੰਬਰ ਤੋਂ। ਸੋ ਵਿਜ਼ਟਰ ਆ ਰਹੇ ਨੇ, ਉਹਨਾਂ ਨੂੰ ਐਂਟਰੀ ਦੇ ਰਹੇ ਨੇ। ਸਿਰਫ 2 ਹੀ ਸ਼ਰਤਾਂ ਨੇ, ਇੱਕ ਤਾਂ ਉਹਨਾਂ ਨੇ ਟੀਕਾ ਲਵਾਇਆ ਹੋਵੇ ਅਤੇ ਇੱਕ ਜਿਹੜੀ ਹੈਗੀ ਨੈਗੇਟਿਵ ਰਿਪੋਰਟ ਹੋਵੇ। ਅਤੇ ਹੁਣ ਜਿਵੇਂ ਮੈਂ ਖਬਰ ਦੱਸ ਕੇ ਹਟਿਆ ਵੀ ਇੰਡੀਆ ਨੇ ਵੀ ਖੋਲ੍ਹਤਾ। ਸੋ ਇਸ ਕਰਕੇ ਜੇ ਇੱਥੋਂ ਜਾਣਾ ਆ ਉਹ ਵੀ ਤੁਸੀਂ ਜਾ ਸਕਦੇ ਹੋ, ਜੇ ਆਉਣਾ ਹੈਗਾ ਤੁਸੀਂ, ਜੇ ਲੱਗਿਆ ਹੋਇਆ ਵੀਜ਼ਾ ਤਾਂ ਆ ਸਕਦੇ ਹੋ। ਜੇ ਵੀਜ਼ਾ ਨਹੀਂ ਲੱਗਿਆ ਤਾਂ ਤੁਸੀਂ ਵੀਜ਼ਾ ਲੈਣ ਲਈ ਵੀ ਹੁਣ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਸਾਡਾ F4 ਕੇਸ 8 ਫਰਵਰੀ 2006 ਦਾ ਲੱਗਿਆ, ਅਤੇ ਸਾਡੇ ਵੈਲਕਮ ਲੈਟਰ ਨੂੰ ਹੋਰ ਕਿੰਨਾ ਟਾਈਮ ਲੱਗੂਗਾ। ਉੱਥੇ ਹੁਣ ਜਿਹੜਾ ਫਿਲਹਾਲ ਚੱਲ ਰਿਹਾ ਜੀ F4 'ਚੋਂ ਸਤੰਬਰ 2005 ਚੱਲ ਰਿਹਾ, ਅਤੇ ਜਿਹੜੇ ਡਾਕੂਮੈਂਟੇਸ਼ਨ ਜਿਹੜੇ ਵੈਲਕਮ ਲੈਟਰ ਆ ਰਹੇ ਆ ਉਹ ਜਨਵਰੀ 2006 ਦੇ ਆ ਰਹੇ ਆ। ਸੋ ਤੁਹਾਡਾ ਨੇੜੇ ਹੀ ਆ, ਹੋ ਸਕਦਾ ਮਹੀਨਾ 2 ਮਹੀਨੇ ਲੱਗ ਜਾਣ, ਉਹਦੇ ਵਿੱਚ ਤੁਹਾਨੂੰ ਵੈਲਕਮ ਲੈਟਰ ਜਿਹੜਾ ਹੈਗਾ ਉਹ ਆਉਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਦਿੱਲੀ ਦੀ ਅੰਬੈਸੀ ਦੇ ਵਿੱਚ ਪ੍ਰੋਸੈਸਿੰਗ ਜਿਹੜੀ ਆ ਉਹ ਕਦੋਂ ਸ਼ੁਰੂ ਹੋਊਗੀ। ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼। ਮੈਂ ਪਿਛਲੇ ਹਫ਼ਤੇ ਵੀ ਸਾਡੀ ਮੀਟਿੰਗ ਹੋਈ ਹੈ ਇੱਕ, ਉਹਦੇ 'ਚ ਅਸੀਂ ਜਿਹੜੇ ਹਾਊਸ ਦੇ ਅਸਿਸਟੈਂਟ ਸਪੀਕਰ ਉਹਨਾਂ ਨੂੰ ਮਿਲੇ ਆ, ਉਸ ਤੋਂ ਪਹਿਲਾਂ ਮੈਂ ਸੈਂਟਰਾਂ ਨੂੰ ਮਿਲਿਆ। ਮੇਰੀ ਕੋਸ਼ਿਸ਼ ਹੈਗੀ ਆ ਵੀ ਇਹ ਦਿੱਲੀ ਜਿਹੜਾ ਹੈਗਾ ਜਿੰਨੀ ਛੇਤੀ ਹੋ ਸਕੇ। ਸੋ ਹੋ ਸਕਦਾ ਵੀ ਇਹਦੇ 'ਚ ਅਸੀਂ ਹੁਣ ਛੇਤੀ ਕਾਮਯਾਬ ਹੋਈਏ, ਸਾਡੀ ਟਰਾਈ ਪੂਰੀ ਆ, ਅਤੇ ਜਦੋਂ ਵੀ ਉਹ ਹੋਇਆ ਮੈਂ ਤੁਹਾਨੂੰ ਇਤਲਾਹ ਇਹਦੇ ਬਾਰੇ ਜ਼ਰੂਰ ਦਊਂਗਾ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੇਸ ਜਨਵਰੀ 2006 ਨੂੰ ਲੱਗਿਆ ਹੋਇਆ, ਕਿੰਨਾ ਟਾਈਮ ਲੱਗੂਗਾ। ਅਜੇ ਸਤੰਬਰ 5 ਚੱਲ ਰਿਹਾ, ਪਰ 6 ਦੇ ਸ਼ੁਰੂ ਦੇ ਇਹਨਾਂ ਨੇ ਡਾਕੂਮੈਂਟੇਸ਼ਨ ਮੰਗਣੀ ਸ਼ੁਰੂ ਕਰਤੀ ਆ, ਅਤੇ ਮੈਨੂੰ ਲੱਗਦਾ ਵੀ ਤੁਹਾਡੀ ਵਾਰੀ ਜਿਹੜੀ ਹੈਗੀ ਡਾਕੂਮੈਂਟੇਸ਼ਨ ਦੀ ਉਹ ਹੁਣ ਜਲਦੀ ਤੁਹਾਡੇ ਕੋਲ ਪੇਪਰ ਉਹ ਮੰਗਣਗੇ। ਅਤੇ ਅਗਲਾ ਸਵਾਲ ਹੈ ਜੀ ਕਿ ਸਾਡਾ ਬੇਟਾ 2016 ਵਿੱਚ USA ਆਇਆ ਸੀ, ਅਜੇ ਪੱਕਾ ਹੁਣ ਡੇਟ ਨਹੀਂ ਆਈ। ਉਹਨੇ ਅਸਾਈਲਮ ਕੀਤਾ ਹੋਣਾ ਜੀ ਅਪਲਾਈ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਡੇਟ ਨਹੀਂ ਆਈ। ਉਹ ਜਿਹੜੇ ਕੇਸ 18 ਤੋਂ ਪਹਿਲਾਂ ਦੇ ਹੈਗੇ ਉਹਦੀ ਡੇਟ ਨਹੀਂ ਸੀ ਆ ਰਹੀ, ਪਰ ਹੁਣ ਡੇਟ ਕਢਾਈ ਜਾ ਸਕਦੀ ਆ, ਡੇਟ ਆਪਾਂ ਹੁਣ ਲੈ ਸਕਦੇ ਹਾਂ। ਅਤੇ ਇਹ ਸੀ ਜੀ ਹੁਣ ਦੇ ਆਪਣੇ ਸਵਾਲ, ਅਤੇ ਮੈਨੂੰ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਅਤੇ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals,
ਫੈਮਿਲੀ ਲਾਅ ਅਤੇ ਬੈਂਕਰਪਸੀ ਲਈ ਸੰਪਰਕ ਕਰੋ। More than 17 years of legal experience. Jasprit Singh, attorney at law.